ਵਾਹਿਗੁਰੂ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ ਜੀ। ਗੌਰੀ ਗੌੜੀ ਮਹਿਲਾ ਪੰਜਵਾਂ। ਤਉ ਕਿਰਪਾ ਤੇ ਮਾਰਗ ਪਾਈਏ, ਪ੍ਰਭ ਕਿਰਪਾ ਤੇ ਨਾਮ ਤੇ ਆਈਏ। ਪ੍ਰਭ ਕਿਰਪਾ ਤੇ ਬੰਧਨ ਛੁਟੇ, ਤਉ ਕਿਰਪਾ ਤੇ ਹਾਮੇ ਟੁਟੇ। ਤਉ ਕਿਰਪਾ ਤੇ ਮਾਰਗ ਪਾਈਏ, ਪ੍ਰਭ ਕਿਰਪਾ ਤੇ ਨਾਮ ਤੇ ਆਈਏ। ਪ੍ਰਭ ਕਿਰਪਾ ਤੇ ਬੰਧਨ ਛੁਟੇ, ਤਉ ਕਿਰਪਾ ਤੇ ਹਾਮੇ ਟੁਟੇ। तुम लाओ तो लाके सेव, हम ते कछु ना होवे देव। राहो तुत पावे ता गावा बानी, तुत पावे ता सच वखानी। तुत पावे ता सतगुर मिया, तुत पावे ता सतगुर मिया। सर्व सुखा प्रभ तेरी दया, जो तुत पावे सो निर्मल कर्मा। जो तुत पावे सो सच धर्मा। सर्व निदान गुण तुम ही पास, तू समर्थ सेवक अरदास। मन तन निर्मल होए हर रंग, सर्व सुखा पाओ सत्संग। नाम तेरे रहे मन राता, एहो कल्याण नानक कर जाता। मन तन निर्मल होए हर रंग, सर्व सुखा पाओ सत्संग। नाम तेरे रहे मन राता, एहो कल्याण नानक कर जाता। वाहिगुरु 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 वाहिगुरु। वाहिगुरु जी का खालसा, वाहिगुरु जी की फतेह। माफ करना जी, डिले हो गया थोड़ा जिहा। गुलजीत जी वाहिगुरु जी का खालसा वाहिगुरु जी की फतेह। वीना जी वाहिगुरु जी का खालसा वाहिगुरु जी की फतेह। सतिंदर जी वाहिगुरु जी खालसा वाहिगुरु जी की फतेह। वेलकम जी। ਅੱਜ ਦਾ ਮੈਨੂੰ ਬੜਾ ਅਜੀਬ ਜਿਹਾ ਲੱਗਦਾ ਹੈ ਉਹ ਕਨੈਕਸ਼ਨ ਜੋੜਨ ਲੱਗਿਆ, ਕਿਉਂਕਿ ਉਹ ਕਹਿੰਦੇ ਨੇ ਵੀ ਜਿੱਧਰ ਗਈਆਂ ਡਾਚੀਆਂ ਬੇੜੀਆਂ ਉਧਰ ਗਏ ਮਲਾ। ਉਦੋਂ ਦੀ ਸੁਰਤ ਕੁਝ ਹੋਰ ਹੁੰਦੀ ਹੈ ਤੇ ਹੁਣ ਹੋਰ ਹੋ ਜਾਂਦੀ ਹੈ। ਤੇ ਉਹ ਜਿਸ ਤਰ੍ਹਾਂ ਅੱਜ ਦਾ ਡੰਡਾਉਤ ਕੀਤੀ ਅਮਰ ਜੀ ਨੇ। Allow me to say, if no one minds it, I need to compliment that Amarjit ji has Amarjit and Harjeet, two people predominantly. Not that ਬਾਕੀਆਂ ਨੇ ਨਹੀਂ, ਪਰ ਇਹਨਾਂ ਇਹ ਕਾਫੀ ਪ੍ਰੋਗਰੈਸ ਕਰ ਰਹੇ ਨੇ। ਮੇਰੀ ਅਰਦਾਸ ਹੈ, ਅਸੀਂ ਸਾਰੇ ਅਰਦਾਸ ਕਰੀਏ ਕਿ ਮਾਲਕ ਸਾਰਿਆਂ ਨੂੰ ਏਦਾਂ ਹੀ ਆਪਣੀ ਰਹਿਮਤ ਨਾਲ ਨਵਾਜੇ। ਮੂਲ ਮੰਤਰ ਉਹ ਬੰਦਾ ਜਿਹਦਾ ਡਾਇਲੈਕਟ ਹੀ ਨਹੀਂ ਠੀਕ ਹੈਗਾ, ਉਹਦਾ ਮੂਲ ਮੰਤਰ ਸ਼ੁੱਧ ਹੋ ਜਾਏ। ਇਟਸ ਬਰਾਵੋ ਭਾਈ, ਪਰ ਫੂਕ ਨਹੀਂ ਲੈਣੀ, ਮੈਂ ਸਿਰਫ ਕੰਪਲੀਮੈਂਟ ਦੇ ਰਿਹਾ। ਅਲਾਓ ਮੀ, ਥੈਂਕ ਯੂ।
ਅੱਜ ਦਾ ਅਸੀਂ ਜਦੋਂ ਗੱਲ ਸ਼ੁਰੂ ਕੀਤੀ ਸੀ ਤੇ ਉਦੋਂ ਕੈਫੀਅਤ ਹੋਰ ਸੀ, ਸਟੇਟ ਆਫ ਮਾਈਂਡ ਹੋਰ ਸੀ। Honestly, I am not in the same possession today, but we will try ਜਿੱਦਾਂ ਦਾ ਵੀ ਮਾਲਕ ਤੋਂ ਮਿਲਾਇਓ ਹੈ ਨਾ, ਹਮ ਤੇ ਕਛੂ ਨਾ ਹੋਵੇ ਦੇਵ ਹੋਣੇ ਅੱਜ ਪੜਿਆ ਉਹਨੇ, ਤੁਮ ਲਾਵੋ ਤਾਂ ਲਾਗੇ ਸੇ, ਸੋ ਮਾਲਕ ਦੀ ਰਜ਼ਾ ਹੈ। ਵੈਸੇ ਤੇ ਇਹ ਸ਼ਬਦ ਸਾਰਾ ਕੁਝ ਛੱਡ ਕੇ ਜੇ ਇਹਨੂੰ ਹੀ ਡਿਸਕਸ ਕਰੀਏ ਤੇ ਬੜਿਆਂ ਦੇ ਉਹ ਜਿਹੜੇ ਆ ਐਂਟੈਨਾਸ ਖੜੇ ਹੋ ਜਾਣੇ ਆ ਕਿ ਆਹ ਹਾਂ ਹੁਣ ਪੱਟ ਤੇ ਹੱਥ ਮਾਰੀਏ ਤੇ ਢਾਈਏ ਤੈਨੂੰ, ਕਿਉਂਕਿ concept and misconcept, understanding and misunderstanding. But unfortunately, we have to finish this one. But whosoever wants to suggest, they can keep that for the record. ਕਿ ਅਸੀਂ ਇਹਨੂੰ ਬਾਅਦ ਦੇ ਵਿੱਚ ਕਦੀ ਜਦੋਂ ਚਾਂਸ ਲੱਗੇ, and now we have Thursdays every time, so we're gonna take it up. ਭਰ ਜੋਬਨ ਮੈਂ ਮਤ ਪਈੜੇ ਘਰ ਪਾਹੁਣੀ ਬਲਰਾਮ ਜੀਓ, ਭਰ ਜੋਬਨ ਮੈਂ ਮਤ ਪਈੜੇ ਘਰ ਪਾਉਣੀ ਬਲਰਾਮ ਜੀਓ, ਮੈਲੀ ਅਵਗਨ ਚਿੱਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਓ। ਫੇਰ ਮਾਲਕ ਕਹਿੰਦਾ ਵੀ ਗੁਣਸਾਰ ਨਾ ਜਾਣੀ ਭਰਮ ਭੁਲਾਣੀ ਜੋਬਨ ਬਾਦ ਗਵਾਇਆ। ਮੈਂ ਫਿਰ ਰਿਮਾਈਂਡ ਕਰਾ ਰਿਹਾ ਆਪਣੇ ਆਪ ਨੂੰ, ਤੁਸੀਂ ਵੀ, ਵੀ ਗੁਣਸਾਰ ਨਾ ਜਾਣੀ ਭਰਮ ਭੁਲਾਣੀ। ਕਿਹੜਾ ਭਰਮ, ਕਿਹੜੇ ਗੁਣ, ਕਿਹੋ ਜੀ ਸਾਰ, ਜੋਬਨ ਬਾਦ ਗਵਾਇਆ, ਡਿਡਾਈ ਵਰ ਘਰ ਦਰ ਦਰਸ਼ਨ ਨਹੀਂ ਜਾਤਾ, ਪਿਰਕਾ ਸਹਿਜ ਨਾ ਪਾਇਆ, ਵਾਜ਼ ਇਟ। ਸਤਗੁਰ ਪੂਛ ਨਾ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ, ਨਾਨਕ ਬਾਲ ਤਣ ਬਾਡੇ ਪਾ ਰਾਂਡੇ ਪਾ, ਬਿਨ ਪਿਰ ਧਨ ਕੁਮਲਾਣੀ। ਨਾਓ ਬਾਬਾ ਮੈਂ ਵਰ ਦੇ, ਬਾਬਾ just bear with me. ਬਾਬਾ ਮੈਂ ਵਰ ਦੇ, ਮੈਂ ਹਰ ਭਾਵੈ ਤਿਸ ਕੀ ਬਲਰਾਮ ਜੀ। ਰਬ ਰਹਾ ਜੁਗਚਾਰ ਤ੍ਰਿਭਵਨ ਬਾਣੀ ਜਿਸ ਕੀ ਬਲਰਾਮ ਜੀ। ਤ੍ਰਿਭਵਨ ਕੰਤ ਰਵੈ ਸੁਹਾਗਣ, ਅਵਗਣ ਮੰਤੀ ਦੂਰੇ, ਜੈਸੀ ਆਸਾ ਤੈਸੀ ਮਨਸਾ ਪੂਰ ਰਹਾ ਭਰਪੂਰੇ। ਹਰ ਕੀ ਨਾਰ ਸੋ ਸਰਬ ਸੁਹਾਗਣ, ਰਾਂਡ ਨ ਮੈਲੇ ਵੈਸੇ, ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੇ। ਹੁਣ ਅੱਜ ਦੀ ਜਿਹੜੀ ਵਿਚਾਰ ਹੈ ਅਸੀਂ ਸ਼ੁਰੂ ਕਰਦੇ ਹਾਂ ਜਦੋਂ, ਮੈਂ ਆਮ ਜਸਟ ਚੈਕਿੰਗ ਸਮਥਿੰਗ ਕਿ ਬਾਬਾ ਜਿਹੜਾ ਲਫ਼ਜ਼ ਹੈ ਉਹ ਬਜ਼ੁਰਗ ਲਈ ਵੀ ਆਉਂਦਾ ਹੈ। ਬਾਬਾ ਸੰਬੋਧਨ ਵਾਚੀ ਹੈ ਸਤਸੰਗੀਆਂ ਲਈ ਵੀ, ਵੀਰਾਂ ਲਈ, ਭੈਣਾਂ ਲਈ। ਬਾਬਾ ਮਾਇਆ ਸਾਥ ਨਾ ਹੋਏ, ਤੇ ਜਦੋਂ ਕਿਸੇ ਕੰਟੈਕਸਟ ਵਿੱਚ ਆਉਂਦਾ ਹੈ ਤੇ ਉੱਥੇ ਬਾਬਾ ਪਿਓਰ ਲਈ ਵੀ ਆਉਂਦਾ ਹੈ। ਸੋ ਇੱਥੇ ਹੁਣ ਆਊਗਾ ਜਿਹੜਾ ਨੈਕਸਟ ਸਟੈਂਜ਼ਾ, ਬਾਬਾ ਲਗਨ ਗਣਾਏ ਹਮ ਵੀ ਵੰਜਾਂ ਸਹੁਰੇ ਬਲਰਾਮ ਜੀ। ਬਾਬਾ ਗੁਰੂ ਦੇ ਲਈ ਵੀ ਆਉਂਦਾ ਹੈ। ਹੁਣ ਇੱਥੇ ਸਾਨੂੰ ਦੇਖਣਾ ਪਏ, ਜਦੋਂ ਵੀ ਅਸੀਂ ਵਿਚਾਰਾਂ ਕਰਦੇ ਹਾਂ, ਅਸੀਂ ਬਾਈ ਨਾਓ ਵੀ ਆਰ ਮੈਚੁਰਡ ਇਨਫ in the field, we understand we have to find out the nearest implicative word, ਕਿ ਬਹੁ ਅਰਥਕ ਜਿਹੜੇ synonyms ਨੇ ਪਰਾਇਵਾਚੀ, ਉਹਨਾਂ ਦੇ ਵਿੱਚੋਂ ਕਿਹੜਾ ਲਫ਼ਜ਼ ਸੂਟ ਕਰਦਾ ਹੈ, ਫਿਰ ਅਸੀਂ ਉਹਨੂੰ ਅਪਲਾਈ ਕਰਦੇ ਹਾਂ। ਬਾਬਾ ਹੁਣ ਖਿਆਲ ਰਹੇ ਕਿ ਸਾਰੀ ਗੱਲ ਜਿਹੜੀ ਹੈ ਉਹ ਪੇੜੇ ਦੀ ਤੇ ਸਹੁਰੇ ਦੀ ਹੋ ਰਹੀ ਹੈ। ਇਹ ਇੱਕ ਬਿੰਬਾਤਮਕ ਹੈ, ਇਹ ਸਿੰਬੋਲਿਕ ਹੈ, ਸਿੰਬੋਲਿਜ਼ਮ ਹੈ ਕਿ ਪੇਕਾ ਘਰ ਮੀਨਸ ਦੁਨੀਆ, ਸਹੁਰਾ ਘਰ ਮੀਨਸ ਰੱਬ ਦਾ ਡੋਮੇਨ,
ਰੱਬ ਦੀ ਦਰਗਾਹ, ਰੱਬ ਦਾ ਘਰ। ਹੁਣ ਇੱਥੇ ਕਈ ਵਾਰੀ ਅਸੀਂ ਇਹ ਵੀ ਲੈ ਲੈਂਦੇ ਹਾਂ ਕਿ ਇੱਥੋਂ ਮਰ ਕੇ ਜਦੋਂ ਜਾਣਾ ਹੈ ਤੇ ਉੱਥੇ ਜਾਣਾ। ਪਰ ਇਸ ਜਿਹੜੇ ਗਰੁੱਪ ਦੇ ਮੈਂਬਰਸ ਨੇ, ਅਸੀਂ ਸਾਰੇ ਇਸ ਤੱਥ ਨੂੰ ਜਾਣਦੇ ਹਾਂ ਕਿ ਮਰ ਕੇ ਜਾਣਾ ਤੇ ਬਾਅਦ ਚ we don't focus that, but what we focus is that from this environment, this domain of I-ness and otherness, when we get into the domain of oneness, that is ਸਵਰਾਕਾਰ। ਕਿਉਂਕਿ ਉੱਥੇ ਮੈਂ ਮੇਰੀ ਨਹੀਂ ਹੈ। ਪੇਕੇ ਘਰ ਦੇ ਵਿੱਚ ਕੀ ਹੈ, ਮੈਂ ਮੇਰੀ ਹੈ ਤੇ ਸੈਲਫ ਸੈਂਟਰਡਨੈਸ ਹੈ। ਪਰ ਸਹੁਰੇ ਘਰ ਦੇ ਵਿੱਚ ਤੁਸੀਂ ਜਿਉਂ-ਜਿਉਂ ਆਪਣਾ ਆਪ ਗਵਾਉਂਦੇ, ਬਾਣੀ ਚ ਜਿਸ ਤਰ੍ਹਾਂ ਆਉਂਦਾ ਹੈ ਕਿ ਨਿਮਣ ਸੋ ਅੱਖਰ ਕਮਣ ਗੁਣ, ਜੇ ਪਹਿਲੇ ਸਵਾਲ ਹੈਗਾ ਕਮਣ ਸੋ ਅੱਖਰ ਕਮਣ ਗੁਣ ਕਮਣ ਸੋ ਮਣੀਆਂ ਮੰਤ, ਕਮਣ ਸੋ ਵੇਸੋ ਹਉ ਕਰੀ ਜਾਂ ਵਸ ਆਵੀ ਕੰਤ। ਭੈਣਾ ਮੈਨੂੰ ਦੱਸ ਕਿ ਮੈਂ ਕਿਹੜੇ ਅੱਖਰ, ਕਿਹੜੇ ਲਫ਼ਜ਼ ਬੋਲਾਂ, ਜਿਸ ਤਰ੍ਹਾਂ ਹੈਗਾ ਮੂੰਹ ਕੇ ਬੋਲਣ ਬੋਲੀਏ, ਕਿਹੜੇ ਅੱਖਰ ਬੋਲਾਂ, ਕਮਣ ਸੋ ਅੱਖਰ ਕਮਣ ਗੁਣ, ਕਿਹੜੇ ਗੁਣਾਂ ਦੀ ਮੈਂ ਧਾਰਨੀ ਹੋਵਾਂ, which qualities do I inculcate, what kind, ਤੇ ਕਮਣ ਸੋ ਮਣੀਆਂ ਮੰਤ, ਕਿਹੋ ਜਿਹਾ ਮੈਂ ਮੰਤਰ ਬਣਾਵਾਂ ਜਿਹਦੇ ਨਾਲ, ਮੰਤਰ ਕਹਿੰਦੇ ਨੇ, ਮੰਤਰ ਬੋਲਣਾ ਹੁੰਦਾ ਜਿਹਦੇ ਉਚਾਰਨ ਦੇ ਨਾਲ ਕੋਈ ਕੀਲਿਆ ਜਾਏ। It's a mythological way of understanding. ਸੋ ਕਹਿੰਦੀ ਕਮਣ ਸੋ ਮਣੀਆਂ ਮੰਤ, ਕਮਣ ਸੋ ਵੇਸੋ ਹਉ ਕਰੀ, ਮੈਂ ਕਿਹੋ ਜਿਹੇ ਕੱਪੜੇ ਪਾਵਾਂ, ਕਿਹੋ ਜਿਹਾ ਵੇਸ ਬਣਾਵਾਂ, ਜਾਂ ਵਸ ਆਵੀ ਕੰਤ, ਕਿ ਮੇਰਾ ਖਸਮ ਜਿਹੜਾ ਮੇਰੇ ਵਸ ਆ ਜਾਏ। ਇਹ ਦੋਵੇਂ ਪਾਸੇ ਢੁਕਦਾ, ਦੁਨਿਆਵੀ ਪੱਧਰ ਤੇ ਵੀ ਤੇ ਆਤਮਿਕ ਪੱਧਰ ਤੇ ਵੀ। ਦੁਨਿਆਵੀ ਪੱਧਰ ਤੇ ਵੀ ਜਿਹੜੀ ਨਵੀਂ ਕੁੜੀ ਵਿਆਹੀ ਜਾਂਦੀ ਹੈ, ਉਹ ਇਹ ਤਿੰਨੇ ਸਵਾਲ ਉਹਦੇ ਹੁੰਦੇ ਆ। ਸੋ ਉਹਨਾਂ ਦੇ ਲਈ ਬਾਣੀ ਦੇ ਵਿੱਚ ਪਾਤਸ਼ਾਹ ਨੇ ਕਿਹਾ, ਨਿਮਣ ਸੋ ਅੱਖਰ ਖਿਵਣ ਗੁਣ, ਨਿਉਣਾ ਮਾਫੀ ਦੇਣਾ। ਤੇਰੇ ਕੋਲ ਨਿਉਣ ਵਾਲਾ ਬੋਲੀ ਹੋਵੇ, ਭਾਵ ਡਾਊਨ ਟੂ ਅਰਥ ਹਿਊਮਿਲਿਟੀ ਹੋਵੇ, ਹੰਬਲਨੈਸ ਹੋਵੇ। ਨਿਮਣ ਸੋ ਅੱਖਰ ਖਿਵਣ ਗੁਣ, ਮਾਫੀ। ਤੇਰੇ ਕੋਲ ਗੁਣ ਹੋਵੇ ਬਖਸ਼ਣ ਦਾ। ਕਿਸੇ ਸਿਆਣੇ ਨੇ ਕਿਹਾ ਸੀ ਕਿ ਜੇ ਤੂੰ ਚਾਹੁੰਦਾ ਹੈ ਕਿ ਤੂੰ ਬਖਸ਼ਿਆ ਜਾਏ, ਤੂੰ ਕਿਸੇ ਨੂੰ ਬਖਸ਼ਣਾ ਸਿੱਖ ਲੈ। ਜਦੋਂ ਮੇਰੀ ਸਵੇਰ ਹੋਇਆ ਕਰੇ, ਐਂਡ ਦਿਸ ਇਜ਼ ਅ ਵੈਰੀ ਗੁੱਡ ਟਿਪ ਫॉर द ਸਪਿਰਿਚੁਅਲ ਸੀਕਰਸ, ਜਦੋਂ ਮੇਰੀ ਸਵੇਰ ਹੋਵੇ, ਮੈਂ ਜਿੱਥੇ ਕਹਿਣਾ ਕਿ ਮੈਂ ਅੱਜ ਇੰਨੇ ਪੈਸੇ ਕਮਾਣੇ, ਇਹ ਕਰਨਾ ਇਹ ਕਰਨਾ, ਉਦੋਂ ਮੈਂ ਇਹ ਐਂਡੇਵਰ ਕਰਾਂ ਕਿ ਅੱਜ ਮੈਂ ਕਿਸੇ ਇੱਕ ਨੂੰ ਬਖਸ਼ਣਾ। ਮਾਲਕਾ ਮੈਨੂੰ ਦੱਸੀ ਕਿ ਮੈਂ ਕਿਹਨੂੰ ਗੁਨਾਹਗਾਰ ਸਮਝ ਰਿਹਾ ਅੱਜ। ਸ਼ਾਮਾਂ ਨੂੰ ਜਦੋਂ ਮੈਂ ਸੋਹਿਲਾ ਸਾਹਿਬ ਤੋਂ ਬਾਅਦ ਆਪਣਾ ਨੀਂਦਰ ਲਈ ਜਾਵਾਂ ਤੇ ਮੈਂ ਪੁੱਛਾਂ ਕਿ ਅੱਜ ਪਾਤਸ਼ਾਹ ਮੈਂ ਸਵੇਰੇ ਐਂਡੇਵਰ ਕੀਤਾ ਸੀ ਕਿ ਮੈਂ ਕਿਸੇ ਨੂੰ ਬਖਸ਼ਣਾ ਹੈ, could I do it? ਕੋਈ ਇੱਕ ਮਿਲਿਆ ਮੈਨੂੰ ਜਿਹਨੂੰ ਮੈਂ ਬਖਸ਼ ਸਕਾਂ। ਤੇ ਇੱਥੋਂ ਚੱਲ ਕੇ ਜਿਹੜੀਆਂ ਸਾਡੀਆਂ ਵਰਚੁਅਸ ਡੀਡਸ ਨੇ, ਉਹਨਾਂ ਦੀ ਸ਼ੁਰੂਆਤ ਹੁੰਦੀ ਹੈ ਕਿ ਮੈਂ ਕੋਈ ਚੰਗਾ ਕੰਮ ਕੀਤਾ ਤੇ ਵੀ ਵਿਲ ਐਂਡ ਅਪ ਕਿ ਅੱਜ ਮੈਂ ਕਿਹੜਾ ਚੰਗਾ ਕੰਮ ਨਹੀਂ ਕੀਤਾ, ਅੱਜ ਮੈਂ ਕਿਹੜੇ ਬੰਦੇ ਨੂੰ ਨਹੀਂ ਬਖਸ਼ਿਆ। ਸੋ ਨਿਮਣ ਸੋ ਅੱਖਰ ਖਿਵਣ ਗੁਣ, ਜੇਬਾਂ ਮਣੀਆਂ ਮੰਤ, ਤੇਰੇ ਜੇਬਾਂ ਤੇ ਇਹੋ ਜਿਹਾ ਮੰਤਰ ਹੋਵੇ ਕਿ ਤੂੰ ਕੀਲ ਲਵੇਂ। ਬਾਬਾ ਬੋਲੀਐ ਪਤ ਹੋਏ, ਊਤਮ ਸੇ ਦਰ ਊਤਮ ਕਹੀਏ, ਨੀਚ ਕਰਮ ਬਹਿ ਰੋਏ। ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋੜ। ਉਹ ਜੇ ਮੇਰਾ ਮਾਲਕ ਜਿਹੜਾ, ਮੇਰਾ ਦੋਸਤ ਮਿੱਠ ਬੋਲੜਾ ਹੈ ਤੇ ਮੈਂ ਕੱਬਾ ਬੋਲਾਂ, ਮੇਰੀ ਬਣੇਗੀ ਕਿਵੇਂ? ਕੈਸੀ ਬਣੇ ਤੁਮ ਸੰਗੇ। ਸੋ ਇਹ ਲੋੜ ਹੈ। ਕਹਿੰਦੇ ਜੇਬਾਂ ਬਣੀਆਂ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੇ ਕੰਤ। ਹੁਣ it's not that easy, but to understand it, there is everything laid on, but ਵੱਖਰੀ ਗੱਲ ਹੈ ਕਿ we follow or to what level we can follow that. It's not a matter of ਕਿ ਨਹੀਂ ਹੈ, availability is there. ਗੱਲ ਇਹ ਸਾਡੇ ਮਾਲਕ ਨੇ ਸਾਡੇ ਤੇ ਰਹਿਮਤ ਕੀਤੀ ਹੋਈ ਹੈ। ਸੋ
ਹੁਣ ਅਸੀਂ ਕਹਿੰਦੇ ਆ ਬਾਬਾ ਸਹੁਰੇ ਤੇ ਉਹ ਪੇਕੇ ਦੀ ਗੱਲ ਅਸੀਂ ਕਰ ਰਹੇ ਸਾਂ ਕਿ ਪਈੜੇ ਸ਼ੌ ਸੇਵ ਤੂੰ ਤੇ ਸਾਹੁਰੜੇ ਸੁਖ ਵਾਸ। ਇੱਕ ਇੱਕ ਜਿਹੜੀ ਕਈ ਵਾਰੀ ਅੱਖਰ ਹੈ ਉਹ ਕਮਾਲ ਦਾ ਹੈ, ਕਿਉਂਕਿ ਪਹਿਲੀ ਗੱਲ ਤੇ ਮੈਂ ਸਮਝ ਲਾਂ ਕਿ ਪੇਕਾ ਘਰ ਮੇਰਾ, ਤੇ ਦੂਸਰਾ ਹੋ ਗਿਆ ਹੁਣ ਜਦੋਂ ਪੇਕੇ ਘਰ ਦੇ ਵਿੱਚ ਜੇ ਮੇਰੀ ਇੰਗੇਜਮੈਂਟ ਹੋਈ ਹੋਵੇ, ਮੈਂ ਕੁੜੀ ਹਾਂ ਤੇ ਕੁੜੀ ਦੀ ਇੰਗੇਜਮੈਂਟ ਹੋਈ ਹੋਵੇ ਤਾਂ ਉਹਦੇ ਮਾਪਿਆਂ ਨੂੰ ਸਮਝਾਉਂਦੇ ਕਿ ਪੁੱਤਰ ਹੋਰ ਕਿਸੇ ਵੱਲ ਝਾਤ ਨਹੀਂ ਰੱਖਣੀ, ਹੁਣ ਤੇਰਾ ਤੂੰ ਬਚ ਗਈ ਹੈ ਇਸ ਬੌਂਡ ਦੇ ਵਿੱਚ। ਨਹੀਂ ਤੇ ਬੰਦਾ ਸੋਚਦਾ ਹੀ ਹੈ ਸੱਜੇ ਖੱਬੇ। ਸੋ ਜਿਹੜੀ ਮੱਝ ਇੱਕ ਖੁਰਲੀ ਨਾਲ ਬੰਨ ਦਿੱਤੀ ਜਾਵੇ ਉਹ ਆਪਣੀ ਖੁਰਲੀ ਦੇ ਵਿੱਚ ਹੀ ਮੂੰਹ ਮਾਰੇਗੀ, ਫਿਰ ਚਾਹੇ ਉਹ ਮੁੰਡਾ ਹੈ ਚਾਹੇ ਉਹ ਕੁੜੀ। ਚਾਹੀਦਾ, ਦਿਸ ਇਜ਼ what ethics tell us। ਸੋ ਪੇੜੇ ਸ਼ੌ ਸੇਵ ਤੂੰ ਤੇ ਸਾਹੁਰੜਾ ਸੁਖ ਵਾਸ। ਜਿਹੜਾ ਉੱਥੇ ਉਦੋਂ ਹੀ ਧਿਆਨ ਰੱਖਦੀ ਹੈ ਨਾ, ਉਹ ਫਿਰ ਸਹੁਰੇ ਜਾ ਕੇ ਵੀ ਖੁਸ਼ ਹੁੰਦੀ ਹੈ। ਦੁਨਿਆਵੀ ਗੱਲ ਕਰ ਰਹੇ ਕਿੱਦਾਂ, ਵਿਆਹ ਹੋ ਜਾਂਦਾ ਹੈ ਤੇ ਉਹ ਕਹਿੰਦੀ ਲੈ ਤੁਹਾਨੂੰ ਹੀ ਤਾਂ ਯਾਦ ਕਰਦੀ ਸਾਂ ਮੈਂ। ਉਹ ਕਹਿੰਦਾ I was so missing you। ਪਰ ਕੀ ਕਰੀਏ, ਮਾਪਿਆਂ ਦਾ ਵਿਆਹ ਹੀ ਨਹੀਂ ਸੀ ਕਰਦੇ ਸਾਡਾ ਛੇਤੀ। So when you miss each other, then you focus, you are in bondage already। ਅਸੀਂ ਨੈਗੇਟਿਵਿਟੀ ਚ ਨਹੀਂ ਜਾ ਰਹੇ, ਅਸੀਂ ਪੋਜ਼ਿਟਿਵ ਗੱਲ ਕਰਨਾ ਚਾਹ ਰਹੇ ਹਾਂ। ਸੋ ਗੁਰਮਿਲ ਚੱਜ ਅਚਾਰ ਸਿੱਖ। ਹੁਣ ਇੱਥੇ ਸਪਿਰਚੁਅਲ ਗੱਲ ਆ ਜਾਏਗੀ। ਪਈੜੇ ਸ਼ੌ ਸੇਵ ਤੂੰ ਸਹੁਰੇ ਸੁਖ ਵਾਸ, ਗੁਰ ਮਿਲ ਚੱਜ ਅਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਕਿਹੜਾ ਦੁੱਖ? ਢਿੱਡ ਪੀੜ, ਸਿਰ ਪੀੜ? ਨਹੀਂ, ਆਤਮਕ ਜਿਹੜੀ ਡਿਪਰੀਵੇਸ਼ਨ ਹੈ, ਮੈਂ ਡਿਪਰਾਈਵ ਹੋ ਰਿਹਾ, ਉਹ ਨਹੀਂ ਹੋਏਗੀ ਮੈਨੂੰ, ਕਿਉਂਕਿ I already know my guru and his teachings। ਸੋ ਇੱਥੇ ਵੀ ਹੁਣ ਉਸ ਗੱਲ ਤੋਂ ਆਪਾਂ ਸਿੰਬੋਲਿਜ਼ਮ ਤੋਂ ਸ਼ੁਰੂ ਕਰਨਾ ਹੈ। ਪਾਤਸ਼ਾਹ ਕਹਿ ਰਹੇ ਨੇ ਬਾਬਾ ਉਹ ਮੇਰੇ ਪਿਤਾ ਜੀ, ਉਹ ਮੇਰੇ ਗੁਰੂ ਸਤਿਗੁਰਾ ਲਗਨ ਗਣਾਏ। ਹੁਣ ਇਹ ਜਿਹੜੀ ਹੈ ਸਿੰਬੋਲਿਜ਼ਮ ਹੈ ਓਲਡ ਟਾਈਮਰਸ, ਜਿਸ ਵੇਲੇ ਦੀ ਇਹ ਬਾਣੀ ਵੀ ਹੈ, ਜਿਸ ਵੇਲੇ ਸਾਡਾ ਉਸ ਵੇਲੇ এনवायरमेंट ਸੀ, ਉਦੋਂ ਅਸੀਂ ਵੀ ਸਾਹ ਸੁਧਾਉਂਦੇ ਸੀ, ਨਾਈ ਨੂੰ ਬੁਲਾ ਕੇ ਤੇ ਪੁੱਛਦੇ ਸੀ ਹਾਂ ਵੀ ਕਿਹੜਾ ਦਿਨ ਹੈ ਚੰਗਾ, ਤੇ ਜੋ ਦਿਨ ਚੰਗਾ ਹੁੰਦਾ ਸੀ ਉਹ ਕੁੜੀ ਵਾਲਿਆਂ ਨੂੰ ਮੈਸੇਜ ਦੇ ਦਿੰਦੇ ਸੀ। ਇਸਲਾਮ ਦੇ ਵਿੱਚ ਮੁੰਡੇ ਵਾਲਿਆਂ ਨੂੰ ਮੈਸੇਜ ਜਾਂਦਾ, ਕਿਉਂਕਿ ਕੁੜੀ ਵਾਲੇ ਡੋਮੀਨੇਟ, ਮੁੰਡੇ ਵਾਲੇ ਕੁੜੀ ਦਾ ਹੱਥ ਮੰਗਣ ਜਾਂਦੇ, ਪੁੱਠਾ ਹਿਸਾਬ ਹੁੰਦਾ। ਅਸੀਂ ਲੋਕ ਮੁੰਡੇ ਦਾ ਹੱਥ ਮੰਗਣ ਜਾਂਦੇ। ਖੈਰ these are all cultural differences। ਪਾਤਸ਼ਾਹ ਕਹਿੰਦੇ ਨੇ ਬਾਬਾ ਲਗਨ ਗਣਾਏ, ਮੇਰੇ ਪਿਤਾ ਜੀ ਉਹ ਕੋਈ ਮਹੂਰਤ ਕਢਾਓ ਮੇਰਾ। ਹੁਣ ਇਹਨੂੰ ਗਲਤ ਨਹੀਂ ਸਮਝਣਾ ਅਸੀਂ ਕਿ ਅਸੀਂ ਮਹੂਰਤ ਕਢਾਣਾ ਹੈ, ਨੋ, ਐਕਸਪ੍ਰੈਸ਼ਨ ਹੈ ਇੱਕ ਕਿ ਮਾਲਕ ਜੀ ਤੁਸੀਂ ਕੋਈ ਜਿਹੜੀ ਉਹ ਮੂਮੈਂਟ ਹੈ ਨਾ ਇੰਪੋਰਟੈਂਟ ਜਾਂ ਸਿਗਨੀਫਿਕੈਂਟ ਜਾਂ ਆਸਪੀਸ਼ੀਅਸ, ਉਹ ਜਸਟ ਲੁੱਕ ਫॉर दैट, ਦੇਖੋ ਲੱਭੋ। ਤੇ ਬਾਬਾ ਲਗਨ ਗਣਾਏ ਹਮ ਵੀ ਵੰਜਾਂ ਸਹੁਰੇ ਬਲਰਾਮ ਜੀ। ਇੱਥੇ ਇੱਕ ਗੱਲ ਜਿਹੜੀ ਹੈ ਕਿ ਮੈਨੂੰ ਇਹ ਸਮਝ ਆ ਗਈ ਕਿ ਭਰ ਜੋਬਨ ਮੈਂ ਮਤ ਪਈੜੇ ਘਰ ਪਾਉਣੀ। ਇਹ ਸਾਰੀ ਗੱਲ ਮੈਨੂੰ ਸਮਝ ਆ ਰਹੀ ਹੈ, ਹੈਵਿੰਗ ਗਾਟਨ ਦਾ ਗਲਿੰਪਸ ਆਫ ਇਟ ਅਗੇਨ ਐਂਡ ਅਗੇਨ। ਮੈਨੂੰ ਮੈਂ ਇੱਥੇ ਆ ਰਹੀ ਹਾਂ ਕਿ ਸਤਿਗੁਰ ਪੂਛ ਨਾ ਮਾਰਗ ਚਾਲੀ, ਫਿਰ ਵਰ ਘਰ ਦੀ ਗੱਲ, ਗੁਣਸਾਰ ਨਾ ਜਾਣੀ ਭਰਮ ਭੁਲਾਣੀ, ਇਹ ਸਾਰਾ ਮੈਲੀ ਅਵਗਣ ਕੀ ਸੀਗਾ ਸੈਕਿੰਡ ਭਰ ਜੋਬਨ, ਫਿਰ ਮੈਂ ਸੈਕਿੰਡ ਮੇਰੇ ਕੋਲ ਮਿਸਪਲੇਸ ਹੋ ਰਿਹਾ, ਬਾਬਾ ਮੈਂ ਵਰ ਦੇ, ਮੈਂ ਹਰ ਵਰ ਭਾਵੈ ਤਿਸ ਕੀ ਬਲਾਂ। ਮੈਨੂੰ ਵਰ ਦੇ, ਵਰ ਮਿਲ ਗਿਆ,
ਇੱਥੇ ਵਰ ਕੋਈ ਬੂਨ ਨਹੀਂ ਹੈ, ਇੱਥੇ ਮੇਰੇ ਜਿਹਦੇ ਨਾਲ ਸੰਬੰਧ ਹੋਣਾ ਹੈ, ਰਿਲੇਸ਼ਨਸ਼ਿਪ। ਫਿਰ ਬਾਬਾ ਲਗਨ ਗਣਾਏ, ਹੁਣ ਮੈਨੂੰ ਮੇਰਾ ਰਿਸ਼ਤਾ ਤੈਅ ਹੋ ਗਿਆ ਦਾ, ਆਈ ਇੰਟੈਂਡ ਟੂ, I'm kind of in bondage. I can imagine my stage, spiritual. Te hum bhi vanjan saure. Now I am curious to go to Saura, meet with him, you know. Te saha, hun ਇੱਥੇ saha ਇਹ ਸ਼ਾਹਾ ਨਹੀਂ ਹੈ, ਸਾਹਾ ਸਾਹ ਜਿਹੜਾ ਉਹ ਦਿਨ ਜਿਹੜਾ ਤੈਅ ਹੁੰਦਾ ਹੈ, the moment that is set for the marriage and all the ceremonies. ਸਾਹਾ ਹੁਕਮ ਰਜ਼ਾਏ ਸੋ ਨਾ ਟਲੇ। ਹੁਣ ਪਿਤਾ ਜੀਓ ਮੇਰਾ ਲਗਨ ਕਢਾ ਲਿਆ, ਉਹ ਹੈ ਨਾ ਜਿੱਤ ਦਿਹਾੜਾ ਹੈ, ਜਿੱਤ ਦਿਹਾੜਾ ਹੈ, ਧਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾ ਲਿਆ। ਉਹ ਵੀ ਵਿਆਹ ਵਾਲੀ ਸਟੇਜ ਹੈ। ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇ, ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇ। ਸੋ ਇਟ ਇਜ਼ ਆਲ ਪ੍ਰੀਡੈਸਟਿਨਡ। ਕਹਿਣ ਦਾ ਮਤਲਬ ਹੈ ਤਾਂ ਪਾਤਸ਼ਾਹ ਕਹਿੰਦੇ ਨੇ ਸਾਹਾ ਹੁਕਮ ਰਜ਼ਾਏ ਸੋ ਨਾ ਟਲ। ਮਾਲਕ ਜੀ ਜੇ ਤੇਰਾ ਹੁਕਮ ਹੋਏਗਾ ਪਿਤਾ ਜੀ, ਉਹ ਜੋ ਮੇਰਾ ਮਾਲਕ ਹੁਕਮ ਕਰੇਗਾ ਉਹੀ ਮੇਰਾ ਅਫਸਰ ਬਣਨਾ ਜੇ, ਤੇ ਉਹਨੂੰ ਕੋਈ ਗਾਂ ਪਛਾਣ ਨਹੀਂ ਜੇ ਕਰ ਸਕਦਾ। ਪਰ ਤੁਸੀਂ ਉਸ ਜਿਹੜਾ ਵੇਲਾ ਹੈ ਨਾ ਮੇਰਾ, ਦੇਖੋ ਇੱਥੇ ਐਫਰਮੇਸ਼ਨ ਹੈ, ਪਹਿਲੇ ਰਿਕੁਐਸਟ ਹੈ ਕਿ ਉਹ ਲਗਨ ਕਢਾਓ। ਉਹ ਲਗਨ ਉਹੀ ਨਿਕਲੇਗਾ ਜਿਹੜਾ ਉਹਨੂੰ ਮਨਜ਼ੂਰ ਹੋਏਗਾ, obviously, because it's a domain of oneness. ਤੇ ਫਿਰ ਕਹਿੰਦੇ ਕਿਰਤ ਪਿਆ ਕਰਤਾ ਕਰ ਪਾਇਆ, ਪਿਆ ਨਹੀਂ ਹੈ ਪਿਆ। ਹੁਣ ਇੱਥੇ ਫੇਰ ਜਿਹੜਾ ਕੁਝ ਵੀਰਾਂ ਭੈਣਾਂ ਦਾ ਉਹ ਇਫੀ ਐਂਡ ਬਟੀਜ਼ ਹੁੰਦੇ ਨੇ ਕਿ ਕੀਤੇ ਕਰਮਾਂ ਕਰਕੇ ਕਰਤਾ ਕਰ ਪਾਇਆ। ਹੁਣ ਰੱਬ ਜੀ ਨੇ ਮੇਰੇ ਕੀਤੇ ਕਰਮਾਂ ਕਰਕੇ ਉਹ ਜਿਹੜਾ ਟਾਈਮ ਹੈ ਉਹ ਬਣਾਇਆ। ਹੁਣ ਮੈਂ ਲਗਨ ਇਸ ਵਾਰੀ ਕਰਾਉਣਾ ਹੈ ਐਟ ਦਾ ਮੋਮੈਂਟ, ਤੇ ਕੀਤਾ ਮੇਰਾ ਪਿਛਲੇ ਜਨਮ ਦਾ ਹੈ, ਮੈਨੂੰ ਤਾਂ ਚੇਤਾ ਵੀ ਨਹੀਂ ਹੈਗਾ। ਬਾਬਾ ਜੀ ਪਿਤਾ ਜੀ ਮੈਨੂੰ ਕਹਿੰਦੇ ਹੈ ਕਿ ਬੇਟਾ ਤੂੰ ਇਹ ਕੰਮ ਨਹੀਂ ਕੀਤੇ, ਇਸ ਕਰਕੇ ਨਾਈ ਕਹਿੰਦਾ ਵੀ ਤੇਰਾ ਹਾਲੇ ਲਗਨ ਨਹੀਂ ਹੋ ਸਕਦਾ। ਉਹ ਕਹਿੰਦਾ ਪਿਤਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਜੀ, ਵਾਹਿਗੁਰੂ ਜਾਣਦਾ ਮੈਂ ਤੇ ਪਿਛਲੇ ਜਨਮ 'ਚ ਪਤਾ ਨਹੀਂ ਖੋਤਾ ਸੀ ਕਿ ਬੰਦਾ ਸੀ, ਮੈਨੂੰ ਨਹੀਂ ਚੇਤਾ। ਹਾਂ ਜਦੋਂ ਦਾ ਮੈਂ ਜੰਮਿਆ ਮੈਂ ਉਦੋਂ ਦੀ ਗਾਰੰਟੀ ਲੈਂਦਾ ਜੇ। ਛੋਟੇ ਹੁੰਦਿਆਂ ਦਾ ਮੈਨੂੰ ਪਿਤਾ ਜੀ ਨੇ ਦੱਸਿਆ ਸੀ, ਮਾਤਾ ਜੀ ਨੇ ਦੱਸਿਆ ਸੀ ਕਿ ਤੂੰ ਇਹ ਕੰਮ ਚੰਗੇ ਕੀਤੇ ਆ ਮਾੜੇ ਕੀਤੇ, ਤੇ ਮੁੜ ਕੇ ਮੈਂ ਉਹਨਾਂ ਦੇ ਗਾਰਡ ਅਗੇਂਸਟ ਔਰ ਫੋਰ ਕਰਦਾ ਆ ਰਿਹਾ। ਆਈ ਹੈਵ ਬੀਨ ਫੋਲੋਇੰਗ ਥਰੂ। ਉਹਨਾਂ ਕਰਮਾਂ ਦੇ ਕਰਕੇ ਮਾਲਕ ਨੇ, ਵਾਹਿਗੁਰੂ ਨੇ ਮੇਰੇ ਹਿੱਸੇ ਪਾ ਦਿੱਤੀ ਹੈ, ਬੈਡ ਔਰ ਗੁੱਡ। ਮਨ ਜਾਣਾ ਸਭ ਬਾਤ, ਜਾਣਾ ਥੀ ਅਵਗਣ ਕਰੇ, ਸੋ ਮੇਟ ਨਾ ਸਕੈ ਕੋਈ। ਜੋ ਕੁਝ ਮੈਂ ਕਰ ਬੈਠਾ ਨਾ, I cannot redo it. I cannot erase it. I cannot redo it. ਪਿਛਲੀ ਵਾਰੀ ਜਿਹੜੇ ਅਰਥ ਅਸੀਂ ਕਰਤੇ, we cannot reproduce it. We can't redo it. So ਕਿਰਤ ਪਿਆ ਕਰਤਾ ਕਰ ਪਾਇਆ, ਮੇਰੇ ਕੀਤੇ ਕਰਮਾਂ ਨੂੰ ਮਾਲਕ ਨੇ, ਕਰਤੇ ਨੇ, ਇੱਥੇ ਕਰਤਾ ਵੀ ਮਾਲਕ ਹੈ, ਉਹਨੇ ਜੋ ਪਾਇਆ ਮੇਰੇ ਲੇਖੇ, ਮੇਟ ਨਾ ਸਕੈ ਕੋਈ, ਉਹਨੂੰ ਕੋਈ ਮਿਟਾ ਨਹੀਂ ਸਕਦਾ। ਹੁਣ ਫੇਰ ਅਗਲੀ ਗੱਲ, ਸਾਰੇ ਜਾਰਗਨਸ ਜਿਹੜੇ ਹੈ ਉਹ ਸੁਸਾਇਟੀ ਦੇ ਨੇ, ਕਸਟਮਰੀ। ਜਾਂਜੀ ਨਾਉ ਨਰਹਾ ਨਹੀਂ ਕੇਵਲ। ਹੁਣ ਇੱਥੇ ਜਾਂਜੀ ਲਾੜਾ, ਜੰਜ ਦਾ ਮਾਲਕ, ਤੇ ਨਰਹਾਂ ਨੇ ਕੇਵਲ ਮਨੁੱਖਾਂ ਤੋਂ ਜਿਹੜਾ
ਸੁਤੰਤਰ ਫ੍ਰੀ ਆਫ देयर ਪ੍ਰੈਸ਼ਰਸ ਤੇ ਰਵ ਰਿਹਾ ਤੇ ਹੋ ਲੋਈ। ਹੁਣ ਇਹਨੂੰ ਜੇ ਦੇਖੀਏ ਏਦਾਂ ਅਸੀਂ ਅਰਥ ਕਰਨੇ ਸਿੱਖਣੇ ਹੈ ਕਿ ਕਿਸੇ ਕੋਲੋਂ ਨਾ ਪੁੱਛਣਾ ਪਵੇ, ਆਪੇ ਲੱਭੀਏ ਕਿ ਅਰਥ ਜਿਹੜੇ ਕੀਤੇ ਹੋਏ ਨੇ ਕਿਸੇ ਨੇ ਉਹਨੂੰ ਕਿਉਂ ਫਾਲੋ ਕਰੀਏ। ਭਈ ਹੁਣ ਬਾਬਾ ਜੀ ਗੁਰੂ ਮੇਰੇ ਪਿਤਾ ਜੀ ਨੇ, ਤੇ ਗੁਰੂ ਨੇ ਹੀ ਮੈਨੂੰ ਰੱਬ ਨਾਲ ਮਿਲਾਣਾ ਸੀ, ਤੇ ਤਿੰਨਾਂ ਲੋਕਾਂ ਦੇ ਵਿੱਚ ਜਿਹੜਾ ਰਵੱਈਆ ਭਰਪੂਰ ਸੀ, ਮਾਲਕ ਵਾਹਿਗੁਰੂ ਜੀ, ਉਹਨੇ ਜਿਹੜੇ ਨਹ ਕੇਵਲ ਸੀਗੇ ਉਹਨਾਂ ਨੂੰ ਆਪਣੇ ਵਿੱਚ ਮਿਲਾਉਣ ਲਈ ਆਣਾ ਹੈ। ਤੇ ਹੁਣ ਇੱਥੇ ਲਾੜਾ ਕੌਣ ਬਣ ਗਿਆ ਫਿਰ? ਰੱਬ ਜੀ। ਜਾਨ ਜੀ, ਯਾਨੀ ਕਿ ਮੇਰਾ ਤੁਸੀਂ ਬਾਬਾ ਜੀ, ਗੁਰੂ ਜੀ, ਪਿਤਾ ਜੀ, ਮੇਰਾ ਤੁਸੀਂ ਲਗਨ ਗਨਾਓ, ਮੇਰਾ ਜਿਹੜਾ ਮੇਰੇ ਕਰਮ ਫਲ ਹੈ, ਮੈਨੂੰ ਪਤਾ ਹੈ ਕਿ ਉਹ ਨਹੀਂ ਕਿਧਰੇ ਜਾ ਸਕਦੇ, ਤੇ ਜੇ ਮੈਂ ਚੰਗਾ ਵਾਂ ਤੇ ਫਿਰ ਮੇਰੇ ਮਾਲਕ ਨੇ ਮੈਨੂੰ ਲੈਣ ਆਉਣਾ ਹੈ, ਤੀਰਥ ਨਾਵਾਂ ਜੇ ਤਿਸ ਪਾਵਾਂ। ਮੈਂ ਕੰਮ ਤੇ ਕਰਨੇ ਨੇ, ਪਰ ਜੇ ਮੈਂ ਉਹਨੂੰ ਚੰਗਾ ਲੱਗਾ, ਉਹੀ ਕੰਮ ਸਾਈਂ ਕੰਮ ਕਰਾਏ ਜਿਤ ਮੁਖ ਉਜਲਾ, ਸੋਈ ਕਰਮ ਕਰਾਏ ਜਿਤ ਮੁਖ ਉਜਲਾ। ਉਹ ਕੰਮ ਕਰਾਈ ਜਿਹਦੇ ਨਾਲ ਮੇਰਾ ਮੂੰਹ ਬ੍ਰਾਈਟ ਹੋਵੇ। ਸੋ ਜਾਂਜੀ ਨਾ, ਹੁਣ ਇਹਦੇ ਚ ਮੇਰੇ ਮਾਲਕ ਉਹਨੇ ਆਉਣਾ ਹੈ ਮੈਨੂੰ ਵਿਆਹਣ ਲਈ, ਭਾਵ ਮੈਨੂੰ ਅਪਣਾਉਣ ਲਈ, ਭਾਵ I would be accepted then and only then if I would have done in awareness spiritual deeds, ਕਰਮ ਖੰਡ, ਸ਼ਰਮ ਖੰਡ, ਉਹ ਵਾਲੇ ਕੰਮ ਕੀਤੇ ਹੋਣਗੇ, spiritually elevated, ਜਿਹੜੇ for sure ਨੇ ਕਿ I'm gonna do this and he'll like it। ਜਿਸ ਤਰ੍ਹਾਂ ਇੱਕ ਤ੍ਰੀਮਤ ਨੂੰ, ਗ੍ਰਹਿਣੀ ਨੂੰ ਪਤਾ ਹੁੰਦਾ ਹੈ ਕਿ ਮੇਰੇ ਖਸਮ ਨੂੰ ਇਹ ਚੰਗਾ ਲੱਗੇਗਾ, ਤੇ ਮਾਵਾਂ ਕਹਿੰਦੀਆਂ ਹੁੰਦੀਆਂ ਸੀ ਪੁਰਾਣੇ ਜ਼ਮਾਨੇ 'ਚ ਕਿ ਜੇ ਖਸਮ ਦਾ ਦਿਲ ਜਿੱਤਣਾ ਹੈ ਤੇ ਉਹਦੇ ਢਿੱਡ ਥਾਣੀ ਵੜੀ, ਵੀ ਉਹਨੂੰ ਚੰਗੀਆਂ ਚੰਗੀਆਂ ਰੋਟੀਆਂ ਖਵਾਈ। That's the best way। ਸੋ ਮਾਏ ਨਿਰਾਸੀ ਰੋਏ ਵਿਛੁੰਨੀ, ਬਾਲੀ ਬਾਲੈ ਹਿਤ। ਹੁਣ ਇੱਥੇ ਮਾਂ ਕੌਣ ਹੈ? ਸਪਿਰਿਚੁਅਲ ਮਾਂ ਮੇਰੀ ਮਾਇਆ, ਜਿਹਨੇ ਮੈਨੂੰ ਖਿਡਾਇਆ ਏ, ਪਾਲਿਆ ਏ, ਪੋਸਿਆ ਏ, ਲਿਵ ਛੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਬਾਹਰ ਆਇਆ ਜਦੋਂ, ਮਾਤਾ ਕੇ ਉਧਰ ਪ੍ਰਤਪਾਲ ਸੁਖ ਮਨੋ ਸਾਰੀ ਹੈ, ਮਨੋ ਕੇ ਸਾਰੀ ਹੈ ਨਾ, ਜਦੋਂ ਬਾਹਰ ਆਇਆ ਮੈਂ ਤੇ ਮੈਨੂੰ ਮਾਇਆ ਨੇ ਘੇਰ ਲਿਆ। ਹੁਣ ਉਹ ਉਦੋਂ ਦੀ ਮੈਨੂੰ ਪਾਲਦੀ ਪਈ ਸੀ, ਪੋਸਦੀ ਪਈ ਸੀ, ਤੇ ਹੁਣ ਮੈਂ ਉਹ ਨਾਰਾਜ਼ ਹੋ ਗਈ। ਜਿੱਦਾਂ ਦੁਨਿਆਵੀ ਮਾਂ ਧੀ ਨੂੰ ਤੋਰਨ ਲੱਗਿਆ ਉਦਾਸ ਹੋ ਜਾਂਦੀ ਏ, ਏਦਾਂ ਮਾਇਆ ਮਾਂ ਜਿਹੜੀ ਸੀ, ਮਾਈ ਜਿਹਨੂੰ ਕਹਿੰਦੇ ਆ ਅਸੀਂ ਬਾਣੀ ਦੇ ਵਿੱਚ, ਉਹ ਵੀ ਨਿਰਾਸ਼ ਹੋ ਗਈ ਤੇ ਰੋਂਦੀ ਹੋਈ ਵਿਛੜਦੀ ਪਈ ਹੈ। ਕਿਉਂ? ਕਿ ਉਹਦੀ ਧੀ ਜਾ ਰਹੀ ਹੈ, ਉਹਦੇ ਹੱਥੋਂ ਉਹਦਾ ਸ਼ਿਕਾਰ ਜਾ ਰਿਹਾ। ਰੋਏ ਵਿਛੋਨੀ ਬਾਲੀ ਬਾਲੈ ਹਿਤ, ਪਿਆਰ ਦੇ ਨਾਲ ਜਿਹਨੇ ਪਿਆਰ ਮੋਹ ਪਾਇਆ ਹੋਇਆ ਸੀ, ਅਟੈਚਮੈਂਟ ਰੱਖੀ ਹੋਈ ਸੀ। ਨਾਨਕ ਸਾਚ ਸ਼ਬਦ ਸੁਖ ਮਹਿਲੀ, ਗੁਰ ਚਰਣੀ ਪ੍ਰਭ ਚੇਤੇ। ਪਰ ਜੇ ਕਿਧਰੇ ਉਸ ਬੱਚੀ ਦਾ, ਉਸ ਧੀ ਦਾ, ਜੀਵ ਰੂਪੀ ਬੱਚੇ ਦਾ ਗੁਰੂ ਦੇ ਸ਼ਬਦ ਦੀ ਬਰਕਤ ਦੇ ਨਾਲ ਥਾਂ ਮਿਲ ਜਾਏ ਉਹਨੂੰ ਰੱਬ ਜੀ ਦੇ ਹਿਰਦੇ ਦੇ ਵਿੱਚ, ਯਾਨੀ ਕਿ ਵਨਨੈਸ ਦੇ ਵਿੱਚ ਹੀ ਇਜ਼ ਐਕਸੈਪਟਡ। ਉਹ ਯਾਦ ਹੈ ਨਾ ਕਿ ਜ਼ਰੂਰੀ ਨਹੀਂ ਹੈ ਅਸੀਂ ਸਾਰੇ ਦਰਿਆ ਦੇ ਵਿੱਚ ਵਾਪਸ ਸੱਟੀਆਂ ਹੋਈਆਂ ਮੱਛੀਆਂ। ਮਛੇਰੇ ਨੇ ਜਾਲ ਪਾਇਆ ਹੋਇਆ, ਸਾਡੇ ਕੋਲ ਦੋ ਖਵਾਇਸ਼ਾਂ ਨੇ।
ਇੱਕ ਕਿ ਅਸੀਂ ਜਾਲ 'ਚ ਫਸ ਜਾਈਏ ਮਛੇਰੇ ਦੇ, ਦੂਜਾ ਉਹਨੂੰ ਪਸੰਦ ਆ ਜਾਈਏ। ਜਦੋਂ ਲਾਰਜ ਸਕੇਲ ਤੇ ਜਿਹੜੇ ਫਿਸ਼ਰਮੈਨ ਨੇ ਉਹ ਕੀ ਕਰਦੇ ਨੇ, ਦੇ ਨੀਡ ਅ ਸਰਟਨ ਕਾਈਂਡ ਆਫ ਫਿਸ਼ ਐਂਡ ਫਿਸ਼ਸ ਆਰ ਪ੍ਰੋਪਰਾਈਟੋਰੀ। ਸੋ ਥੀਸ ਫਿਸ਼ਰਮੈਨ ਨੋਜ਼ ਕਿ ਕਿੱਥੇ ਜਾ ਕੇ ਕਿਹੜੀ ਫਿਸ਼ ਅਵੇਲੇਬਲ ਹੈ, ਦੇ ਡੋਂਟ ਇੰਟਰਚੇਂਜ ਦ ਫਿਸ਼ਸ। ਸੋ ਫਿਰ ਉਸ ਥਾਂ ਤੇ ਜਾ ਕੇ ਉਹ ਜਾਲ ਸੁੱਟਦੇ ਨੇ, ਉਹ ਸਾਰੀਆਂ ਮੱਛੀਆਂ। ਪਰ ਕੋਈ ਜੇ ਗਲਤੀ ਦੇ ਨਾਲ ਦੂਜੇ ਟਾਈਪ ਦੀ ਆ ਜਾਏ ਜਿਹੜੀ ਉਹਨਾਂ ਨੂੰ ਨਹੀਂ ਚਾਹੀਦੀ, ਦੇ ਲੁੱਕ ਐਂਡ ਦੇ ਥਰੋ ਇਟ ਬੈਕ। ਸੋ ਇੱਕ ਸਿਆਣਾ ਕਹਿੰਦਾ ਵੀ ਅਸੀਂ ਸਾਰੇ ਦਰਿਆ 'ਚ ਸੁੱਟੀਆਂ ਹੋਈਆਂ ਮੱਛੀਆਂ, ਮਾਲਕ ਨੇ ਜਾਲ ਸੁੱਟਿਆ ਹੋਇਆ। ਇਹਦੇ ਵਿੱਚੋਂ ਸਾਨੂੰ ਜੇ ਅਸੀਂ ਕਿਧਰੇ ਭਾਗ ਚੰਗੇ ਸਾਡੇ ਕਾਇੰਡ ਆਫ ਤੇ ਮਾਲਕ ਦੇ ਅਸੀਂ ਜਾਲ 'ਚ ਫਸ ਜਾਈਏ, ਨਾਟ ਓਨਲੀ ਦੈਟ, ਅਸੀਂ ਮਾਲਕ ਨੂੰ ਪਸੰਦ ਵੀ ਆ ਜਾਈਏ ਮਛੇਰੇ ਨੂੰ। ਸੋ ਉਸੇ ਤਰ੍ਹਾਂ ਨਾਨਕ ਸਾਚ ਸ਼ਬਦ ਸੁਖ ਮਹਿਲੀ, ਗੁਰੂ ਚਰਨਾਂ ਦੀ ਬਰਕਤ ਦੇ ਨਾਲ ਮੈਂ ਉਹਦੇ ਥਾਂ, ਉਹਦੇ ਹਿਰਦੇ 'ਚ ਥਾਂ ਬਣਾ ਲਵਾਂ, ਜਾਂ ਉਹਦੀ ਥਾਂ ਆਪਣੇ ਹਿਰਦੇ 'ਚ ਬਣਾ ਲਵਾਂ, ਜਾਂ ਮੈਂ ਸਚਿਆਰ ਬਣ ਜਾ ਥੋੜਾ ਬਹੁਤਾ ਸਮ ਪਰਸੈਂਟੇਜ, ਤੇ ਫਿਰ ਉਹਦੀ ਮੈਂ ਸਿਫਤੋ ਸਲਾਹ ਕਰਦੀ ਰਵਾਂ, ਤੇ ਫਿਰ ਉਹਦੀ ਨੇੜਤਾ, ਉਹਦੀ ਨੀਅਰਨੈਸ, ਉਹਦੀ ਅਵੇਅਰਨੈਸ ਦੇ ਵਿੱਚ ਜਿਉਂਦੀ ਰਵਾਂ। ਗੁਰ ਚਰਣੀ ਪ੍ਰਭ ਚੇਤੇ। ਦੇਖੋ ਦੋ ਗੱਲਾਂ ਵਰਤੀਆਂ ਇੱਥੇ, ਸਾਚ ਸ਼ਬਦ ਤੇ ਗੁਰ ਚਰਣੀ, ਇੱਕੋ ਹੀ ਮੈਣਾ। ਸ਼ਬਦ ਦੇ ਵਿੱਚ ਜੁੜ ਕੇ ਮੈਂ ਉਹਨੂੰ ਪ੍ਰਾਪਤ ਕਰ ਲਾਂ, ਉਹ ਦਰਜਾ, ਉਹ ਸਟੇਟ ਆਫ ਮਾਈਂਡ ਹਾਸਲ ਕਰ ਲਾਂ, ਤੇ ਗੁਰੂ ਚਰਨ, ਗੁਰੂ ਦੇ ਚਰਨ ਅਗੇਨ ਸ਼ਬਦ, ਗੁਰਬਾਣੀ, ਉਹਨਾਂ ਦੀ ਰਾਹੀਂ ਮੈਂ ਉਹਨੂੰ ਚੇਤੇ ਰੱਖਾਂ, ਤੇ ਸ਼ਾਇਦ ਮੇਰਾ ਜਿਹੜਾ ਲਗਨ ਹੈ, ਮੇਰਾ ਜਿਹੜਾ ਸਾਹਾ ਹੈ, ਉਹ ਸ਼ਾਇਦ ਠੀਕ ਹੋ ਨਿਬੜੇ। ਪਰ ਮੈਨੂੰ ਪਤਾ ਨਹੀਂ, ਕਿਉਂਕਿ ਮੈਂ ਉਹਦੀ ਮਰਜ਼ੀ ਦੇ ਅਕੋਰਡਿੰਗਲੀ ਜੀਣਾ। ਮੈਨੂੰ ਨਹੀਂ ਪਤਾ ਕਿ ਮੈਂ ਮੇਰੀਆਂ ਐਫਰਟਸ ਜਿਹੜੀਆਂ ਨੇ ਉਹ ਉੱਥੇ ਐਕਸੈਪਟੇਬਲ ਹੋਣਗੀਆਂ ਕਿ ਨਹੀਂ। ਇਹ ਇੱਕ ਬਹੁਤ ਵੱਡੀ ਕਨਸੈਪਚੁਅਲ ਥਾਟ ਹੈ ਕਿ ਕਿਧਰੇ ਮੈਨੂੰ ਆਪਣੇ ਕਰਮਾਂ ਕਰਕੇ ਮਾਣ ਨਾ ਹੋ ਜਾਏ, ਅਭਿਮਾਨ ਨਾ ਹੋ ਜਾਏ, ਇਸ ਕਰਕੇ ਪਾਸ ਤੇ ਫੇਲ ਦਾ ਜਿਹੜਾ ਹੱਕ ਹੈ, ਜਾਂ ਜਿਹੜਾ ਡਿਸੀਜਨ ਪਾਵਰ ਹੈ, ਲਾਸਟ ਡਿਸੀਜਨ ਇਜ਼ ਹਿਸ। ਹੁਣ ਰਹਸੀ ਵੇਖ ਹਦੂਰ, ਫਿਰ ਰਾਵੀ ਘਰ ਸੋਹੀਐ ਬਲਰਾਮ ਜੀ। ਅਗਲੀ ਗੱਲ ਆ, ਜਦੋਂ ਮੈਂ ਉਹਦੀ ਅਵੇਅਰਨੈਸ ਚਲੀ ਗਈ ਆ ਤੇ ਮੈਨੂੰ ਬੜਾ ਖੁਸ਼ੀ ਮਿਲਦੀ ਹੈ। ਇੱਕ ਲਾਈਨ ਛੱਡ ਕੇ ਜੀ, ਬਾਬਲ ਦਿਤੜੀ ਦੂਰ ਨਾ ਆਵੇ ਘਰ ਪਈਏ। ਓ ਸੌਰੀ, ਬਾਬਲ ਦਿਤੜੀ ਦੂਰ ਨਾ ਆਵੇ ਘਰ ਪਈਏ ਬਲਰਾਮ। ਇੱਕ ਹੋਰ ਬਸੂਲੀ ਕਹਿੰਦੇ ਭਈ ਹੁਣ ਮਾਲਕ ਨੇ ਮਿਹਰ ਕਰਕੇ ਮਾਇਆ ਤੋਂ ਮੈਨੂੰ ਇੰਨਾ ਦੂਰ ਕਰਤਾ ਹੈ ਨਾ, ਕਿ ਹੁਣ ਨਾ ਆਵੇ ਘਰ ਪਈਏ ਬਲਰਾਮ ਜੀ। ਹੁਣ ਮੈਨੂੰ ਪਈਏ ਘਰ ਦਾ, ਪਈ ਘਰ ਕਿਹੜਾ ਹੈ? ਮਾਇਆ ਵਾਲਾ ਘਰ। ਜੇ ਕਿਧਰੇ ਗਲਤੀ ਦੇ ਨਾਲ ਤੁਸੀਂ ਪੜ੍ਹ ਲਈ ਪੰਜਾਬੀ ਤੇ ਬੇੜਾ ਗਰਕ ਹੋ ਜਾਣਾ, ਸਾਰੀ ਪੋਚਾ ਉੱਤੇ ਫਿਰ ਜਾਣਾ ਤੇ ਧਿਆਨ ਦੂਜੇ ਪਾਸੇ ਚਲਾ ਜਾਣਾ। ਜੇ ਪਹਿਲੇ ਪਈਏ ਘਰ ਨੂੰ ਅਸੀਂ ਸਮਝਿਆ ਸੀ ਕਿ ਪਈੜੇ ਸ਼ੋ ਸੇਵ ਤੂੰ ਤੇ ਸਹੁਰੜੇ ਸੁਖ ਵਸ, ਪਈੜੇ ਭਾਵ ਮੈਟੀਰੀਅਲਿਜ਼ਮ, ਇਹ ਦੁਨੀਆ, ਮਾਇਕੀ ਦੁਨੀਆ ਏਦਾਂ ਕਹਿ ਲਈਏ, ਸਹੁਰੜੇ ਆਤਮਕ ਦੁਨੀਆ। ਸੋ ਬਾਬੁਲ ਦਿਤੜੀ ਦੂਰ, ਹੁਣ ਦਿਤੜੀ ਅਗੇਨ ਇਹ ਜਿਹੜਾ ਜਾਰਗਨ ਹੈ ਉਹ ਦੁਨਿਆਵੀ ਹੈ ਕਿ ਪਿਓ ਨੇ ਬੜੀ ਦੂਰ ਵਿਆਹਤਾ ਹੈ। ਉਹ ਹੈ ਨਾ, ਮੈਂ ਅੱਗ ਚੱਲੀ ਪਰਦੇਸ ਨਹੀਂ ਸਹੀ, ਉਹ ਅੱਗ ਚੱਲੀ ਪਰਦੇਸ, ਸ਼ਿਵ ਕੁਮਾਰ ਬਟਾਲਵੀ। ਪਰਦੇਸ, ਪਰਦੇਸੀ ਬੜੇ ਲੋਕ ਗੀਤ ਹੁੰਦੇ ਸਨ ਪੰਜਾਬੀ ਚ, ਤੇ ਬਾਬਲ ਨੇ ਮੈਨੂੰ ਦੂਰ ਵਿਆਹਤਾ। ਹੁਣ ਮੇਰੇ ਪਿਓ ਨੇ ਮੈਨੂੰ ਦੂਰ ਦੇ ਦਿੱਤਾ ਹੈ, ਭਾਵ ਮੈਨੂੰ ਮਾਇਆ। ਹੁਣ ਮੈਂ ਦੂਰ ਗਈ ਕਿੱਥੇ ਆ? ਪਹਿਲੇ ਗੁਰੂ ਚਰਨਾਂ ਚ, ਵਾਹਿਗੁਰੂ ਦੇ ਚਰਨਾਂ ਚ, ਸ਼ਬਦ ਵਿੱਚ।
ਸ਼ਬਦ ਵਿੱਚ ਮੇਰਾ ਨਿਵਾਸ ਹੋਇਆ ਹੈ ਤੇ ਮੇਰਾ ਡੈਫੀਨਿਟਲੀ ਮਾਇਆ ਦੇ ਨਾਲੋਂ ਨਾਤਾ ਟੁੱਟ ਗਿਆ ਜਾਂ ਫੀਬਲ ਹੋ ਗਿਆ, ਤਾਂ ਹੀ ਜਾਵਾਂਗਾ, ਹੈ ਨਾ। ਸੋ ਜਦੋਂ ਮੈਂ ਉੱਥੇ ਚਲੀ ਗਈ ਤੇ ਨਾ ਆਵੇ ਘਰ ਪਈ ਹੈ, ਫਿਰ ਮੈਨੂੰ ਕੋਈ ਸੋਚ ਨਹੀਂ ਆਉਂਦੀ ਮਾਇਆ ਵਾਲੇ ਘਰ ਦੀ। ਆਈ ਐਮ ਹੈਪੀ ਦੇਅਰ। ਦੁਨਿਆਵੀ ਪੱਧਰ ਤੇ ਮਾਵਾਂ ਕਹਿੰਦੀਆਂ ਹੁੰਦੀਆਂ ਸੀ, ਨਹੀਂ ਤੂੰ ਤੇ ਸਹੁਰਿਆਂ ਦੀ ਹੋ ਕੇ ਰਹਿ ਗਈ, ਤੂੰ ਤੇ ਮਾਂ ਨੂੰ ਭੁੱਲ ਹੀ ਗਈ ਹੈ। ਸੇਮ ਕਾਨਸੈਪਟ। ਉਹ ਕਹਿੰਦੀ ਮੇਰੀ ਰਿਸਪੌਂਸਿਬਿਲਿਟੀ ਹੈ, ਮੇਰੇ ਉੱਤੇ ਐਡਾ ਵੱਡਾ ਪਰਿਵਾਰ ਹੈ, ਇਹ ਵੋ। ਸਿਮਿਲਰ ਮੇਰੇ ਪਿਓ ਨੇ ਮੈਨੂੰ ਦੂਰ ਵਿਆਹਤਾ, ਭਾਵ ਮੇਰੇ ਤੇ ਕਿਰਪਾ ਕੀਤੀ ਹੈ, ਮੈਂ ਸਹੁਰੇ ਉਹਦੇ ਡੋਮੇਨ 'ਚ ਚਲੀ ਗਈ ਹਾਂ। ਹੁਣ ਮਾਇਆ ਮੈਨੂੰ ਪਾਉਂਦੀ ਕੋਈ ਨਹੀਂ, ਹੁਣ ਮੇਰੇ ਲਾਗੇ ਨਹੀਂ ਆਉਂਦੀ, ਨਾ ਮੈਂ ਘਰ ਪਈ ਹੈ ਬਲਰਾਮ। ਰਹਾਸੀ ਵੇਖ ਹਦੂਰ, ਫਿਰ ਰਾਵੀ ਘਰ ਸੋਹੀ ਹੈ ਬਲਰਾਮ ਜੀ। ਹੁਣ ਮੈਂ ਖੁਸ਼ ਹੁੰਨੀ ਆ ਉਹਦੀ ਹਜ਼ੂਰੀ ਮਾਣ ਕੇ। ਉਹ ਕਹਿੰਦੀ ਨਾ ਵੀ ਤੂੰ ਤੇ ਹੁਣ ਖਸਮ ਵਾਲੀ, ਕਹਿੰਦੀ ਤੁਸੀਂ ਤੇ ਵਿਆਹਿਆ ਸੀ ਮੈਨੂੰ, ਹੁਣ ਜੇ ਮੈਂ ਉਹਨੂੰ ਨਹੀਂ ਛੱਡਦੀ ਤੇ ਫੇਰ ਕਿਉਂ ਕਹਿੰਦੇ? ਰਹੱਸੀ ਵੇਖ ਹਦੂਰ, ਉਹਦੀ ਹਜ਼ੂਰੀ ਮਾਣਦੀ ਹੈ ਉਹ ਜੀਵ ਇਸਤਰੀ। ਫਿਰ ਰਾਵੀ ਘਰ ਸੋਹੀ ਹੈ। ਤੇ ਜਦੋਂ ਪਿਰ ਨੇ ਪਿਆਰ ਕੀਤਾ, ਹੁਣ ਪ੍ਰਭੂ ਦਾ ਪਿਆਰ ਕੀ ਹੈ ਮੇਰੇ ਨਾਲ? ਦੁਨਿਆਵੀ ਪਿਰ ਦਾ ਪਿਆਰ ਤੇ ਮੈਨੂੰ ਪਤਾ ਹੈ ਹੱਗੀ ਕਿਸੀ ਹੋ ਜਾਏਗੀ। ਮੇਰੇ ਪਿਓ ਦੀ, ਮੇਰੇ ਪ੍ਰਭੂ ਪਿਤਾ ਦੀ, ਪ੍ਰਭੂ ਖਸਮ ਦੀ ਕਿਹੜੀ ਹੈ ਪਿਆਰ ਦਾ ਤਰੀਕਾ ਹੈ ਜੀ? ਐਨੀਵਨ? ਹਾਂਜੀ, ਆਪਣੇ ਦਿਲ ਵਿੱਚ ਵਸਾ ਲੈਣਾ। ਹਾਂ, ਇੱਕ ਹੋਰ ਉਸਦੀ ਮਿਹਰ, ਆਪਣੀ ਮਿਹਰ 'ਚ ਰੱਖਣਾ। ਹਾਂਜੀ, ਹੋਰ come on, hurry up guys. ਆਪਣੇ ਭਾਣੇ ਦੇ ਵਿੱਚ ਰੱਖਣਾ। ਆਪਣੇ ਭਾਣੇ 'ਚ ਰੱਖ, ਮੈਨੂੰ ਇਹ ਸੋਝੀ ਦੇਣੀ ਕਿ ਮੈਂ ਉਹਦੇ ਭਾਣੇ 'ਚ ਰਵਾਂ। ਇਹ ਵੀ ਉਹਦਾ ਪਿਆਰ ਕਰਨ ਦਾ ਤਰੀਕਾ ਹੈ। ਜਾਂ ਉਸਦੀ Yes. ਰਜ਼ਾ ਵਿੱਚ ਰਹਿਣਾ। ਉਹ ਭਾਣਾ ਹੋ ਗਿਆ ਨਾ। Yeah, what else? अपने सामने हजूर, ਹਜ਼ੂਰ, ਅਵੇਅਰਨੈਸ। हजूर अपने सामने। ਹਦੂਰ ਐਂਡ ਹਜ਼ੂਰ ਇੱਕੋ ਹੀ ਗੱਲ ਹੈ, हाँ जी, ਬਟ ਸਾਹਮਣੇ ਪ੍ਰਭੂ ਪਤੀ ਦੇ ਸਾਹਮਣੇ ਹੋਣਾ ਮੀਨਸ ਅਵੇਅਰਨੈਸ, awareness, ਕਿਉਂਕਿ ਉਹਦਾ ਕੋਈ ਸ਼ਕਲ ਨਹੀਂ ਹੈ ਨਾ। हाँ जी, ਸੋ ਉਹਦੀ ਅਵੇਅਰਨੈਸ ਰਹਿਣਾ, ਉਹ ਵੀ ਉਹਦਾ ਪਿਆਰ ਦਾ ਤਰੀਕਾ। ਪਿਆਰ ਜਾਗਤ- ਮੀਨਸ ਕਿ ਬਲੈਸਿੰਗਸ, ਉਹਦਾ ਪਿਆਰ अपनी ਜਿਹੜਾ ਹੈ प्रोटेक्शन, ਉਹ ਬਲਿਸਫੁਲ। ਹੁਕਮ 'ਚ- ਹਾਂਜੀ, ਸੌਰੀ, ਹਾਂਜੀ, ਹੁਕਮ 'ਚ ਹਾਂ, ਹੁਕਮ 'ਚ ਰੱਖਣਾ। ਸੀ ਇਹ ਸਾਰੇ ਜਾਰਗਨਸ ਕਿਹੜੇ ਆ ਰਹੇ ਨੇ ਜਿਹੜੇ ਅਸੀਂ ਅਨਫੋਰਸੀਨ, ਅਨਹਰਡ ਆਫ, ਅਨਇਮੈਜਿਨੇਬਲ, ਅਨਐਕਸਪੀਰੀਐਂਸਡ, ਪਰ ਵੀ ਕੈਨ ਇਮੈਜਿਨ ਥਰੂ ਗੁਰਬਾਣੀ। ਅਸੀਂ ਸ਼ਾਇਦ ਆਪਣੇ ਮਨ ਤੇ ਨਾ ਹੰਡਾਏ ਹੋਣ, ਪਰ ਗੁਰਬਾਣੀ ਦੇ ਲੈਵਲ ਤੇ ਸਾਨੂੰ ਸਮਝ ਆ ਰਹੀ ਹੈ ਕਿ ਉਹ ਜਿਹੜਾ ਪਿਆਰ ਹੈ ਨਾ, ਮੈਂ ਉਹਦੇ ਹਜ਼ੂਰ ਦੇ ਵਿੱਚ ਖੁਸ਼ ਹੋਵਾਂਗੀ ਤੇ ਉਹਦਾ ਪਿਆਰ ਮਾਣ ਕੇ ਮੈਂ ਉਹਦੇ ਚਰਨਾਂ 'ਚ ਜੁੜੀ ਰਹਾਂਗੀ। ਸੀ ਛੁਰੀ ਖਰਬੂਜ਼ਾ, ਉਹਨੇ ਮੈਨੂੰ ਪਿਆਰ ਕੀਤਾ, ਮੈਂ ਉਹਨੂੰ ਕਰੀ ਜਾਣਾ। ਵਟ ਕਮਸ ਅਰਾਊਂਡ ਗੋਜ਼ ਅਰਾਊਂਡ। ਕਿਧਰੇ ਕਿਧਰੇ ਜਦੋਂ ਅਸੀਂ ਠੀਕ ਅਪਲਾਈ ਕਰੀਏ ਮਟੀਰੀਅਲਿਜ਼ਮ ਨੂੰ, ਬੜਾ ਵਧੀਆ ਲੱਗਦਾ। ਸੋ ਇਸੇ ਤਰ੍ਹਾਂ ਪਿਰ ਰਾਵੀ ਘਰ ਸੋਹੀ ਹੈ ਬਲਰਾਮ ਜੀਓ, ਸਾਚੇ ਪਿਰ ਲੋੜੀ ਪ੍ਰੀਤਮ ਜੋੜੀ। ਹੁਣ ਜਦੋਂ ਇੱਥੇ ਥੋੜਾ ਜਿਹਾ ਸਾਚੇ ਪਿਰ ਲੋੜੀ, ਹੁਣ ਇੱਥੇ ਲੋੜੀ ਨੂੰ ਆਪਾਂ ਕੀ ਲੈਣਾ ਹੈ? ਵੀ ਹੈਵ ਟੂ ਲੁੱਕ ਫॉर, ਦੇਖਣਾ ਜੀ ਜਰਾ ਇਹਦਾ ਸਿਨੋਨਿਮਸ ਹੈਗਾ ਕੋਈ? ਲੱਭਣਾ, ਹਾਂਜੀ, ਖੋਲੋ। ਚਾਹਨਾ, ਚਾਹੀ, ਹਾਂਜੀ, ਚਾਹਨਾ, ਚਾਹੀ, ਆਪਾਂ ਚਾਹਣਾ, ਚਾਹਣਾ। ਹੋਰ ਚਾਹੀ, ਲੱਭਣਾ, ਲੋੜਨਾ, ਲੱਭਣਾ,
ਉਹ ਅਪਲਾਈ ਨਹੀਂ ਹੋਣਾ, ਲੱਭਣਾ ਨਹੀਂ ਅਪਲਾਈ ਹੋਣਾ, ਲੋੜੀ ਦਾ ਅਕਸਰ ਇਹੀ ਹੁੰਦਾ ਹੈ। ਵਾਟ ਐਲਸ? ਚਾਹ ਚਾਹ ਇੱਛਕ ਚਾਹ ਚਾਹ ਲੋੜ ਪਈ, ਲੋੜ ਪਈ। ਲੱਭਣਾ ਆਈ ਗੈਸ ਸਾਚੇ ਪਿਰ ਲੋੜੀ, ਮੈਨੂੰ ਪਿਰ ਦੀ ਲੋੜ ਪਈ, ਪਰ ਕਿਉਂਕਿ ਪਿਰ ਨੂੰ ਪਿਰ ਮੁਕਤਾ ਹੈ, ਇਸ ਕਰਕੇ I can't be sure. I think ਲੱਭਣਾ ਪ੍ਰੀਤਮ ਜੋੜੀ, ਉਹਨੇ ਮੈਨੂੰ ਆਪਣੇ ਨਾਲ ਮਿਲਾ ਲਿਆ। ਹਾਂ, I can go with that ਕਿ ਮੇਰੇ ਮਾਲਕ ਨੇ ਮੈਨੂੰ ਇੰਨਾ ਪਿਆਰ, ਕਿਉਂਕਿ ਪਹਿਲੇ ਨਾ ਪਿਆਰ ਕੀਤਾ ਉਹਨੇ ਮੈਨੂੰ। ਕਾਰ ਸਿੰਘ ਜੀ ਕਰੈਕਟਸ, ਜੇ ਤੁਸੀਂ ਬਿਰਤੀ ਸਹੀ ਹੈ। ਤੇ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ, ਮਾਲਕ ਨੇ ਮੈਨੂੰ ਆਪਣੇ ਨਾਲ ਮਿਲਾਇਆ ਸੀ, ਤੇ ਮੈਨੂੰ ਏਦਾਂ ਲੱਗਦਾ ਕਿ ਉਹਨੇ ਮੈਨੂੰ ਮਿਲਾਇਆ ਨਹੀਂ ਸੀ, ਉਹਨੇ ਮੈਨੂੰ ਲੱਭ ਲਿਆ, ਕਿਉਂਕਿ ਮੈਂ ਤੇ ਇਹੋ ਜਿਹੀ ਹਾਂ ਹੀ ਨਹੀਂ, ਮੇਰੇ ਤੇ ਕਰਮਾਂ ਕਰਕੇ ਮੈਂ ਤੇ ਇੰਨੇ ਕਾਬਲ ਹੀ ਨਹੀਂ ਆ, ਪਰ ਉਹਦੀ ਮਿਹਰ ਹੋਈ, ਉਹਨੇ ਮੈਨੂੰ ਲੱਭਿਆ। ਭਾਵ ਉਹਨੇ ਮੈਨੂੰ ਆਪਣੇ ਨਾਲ, ਮੈਨੂੰ ਉਹਨੇ ਬਲੈਸ ਕੀਤਾ ਤੇ ਆਪਣੇ ਨਾਲ ਜੋੜ ਲਿਆ। ਮਤ ਪੂਰੀ ਪ੍ਰਧਾਨੇ, ਤਾਂ ਜਿਹੜੀਆਂ ਥੱਲੀਆਂ ਦੋ ਪੰਕਤੀਆਂ ਆ ਰਹੀਆਂ ਨੇ, ਹਾਂਜੀ, ਉਹ ਸੰਜੋਗੀ ਇਹਨੂੰ ਮੇਲਾ ਥਾਨ ਸੁਹੇਲਾ, ਜਿਹੜੀਆਂ ਥੱਲੀਆਂ ਦੋ ਪੰਕਤੀਆਂ ਆ ਰਹੀਆਂ ਨੇ, ਉਹ ਇਹਨੂੰ ਕੁਆਲੀਫਾਈ ਕਰਨਗੀਆਂ ਕਿ ਪ੍ਰੀਤਮ ਨੂੰ ਇਹਦੀ ਲੋੜ ਪਵੇ, ਪ੍ਰੀਤਮ ਨੂੰ ਲੋੜੀ ਹੋਏਗੀ, ਲੋੜੀ ਹੁੰਦੀ ਜ਼ਰੂਰਤ। ਹਾਂ ਨਹੀਂ, ਪਰ ਪ੍ਰੀਤਮ ਨੂੰ ਮੇਰੀ ਲੋੜ ਨਹੀਂ ਨਾ ਹੋਣੀ ਚਾਹੀਦੀ। ਪ੍ਰੀਤਮ ਨੂੰ ਲੋੜ ਹੈ, ਕਿਉਂ ਨਹੀਂ ਲੋੜ ਪ੍ਰੀਤਮ ਨੂੰ? ਪ੍ਰੀਤਮ ਤਾਂ ਲੱਭਦਾ ਫਿਰਦਾ ਭਗਤਾਂ ਨੂੰ। ਜਦੋਂ ਜਦੋਂ ਉਹਦੇ ਸ਼ਬਦ ਵਿੱਚ ਆ ਗਏ, ਹਾਂ, ਫੇਰ ਤੇ ਉਹਦੇ ਵਰਗੇ ਬੜੇ ਘੱਟ ਨੇ ਨਾ। ਟਰੂ, ਐਗਰੀਡ ਸਰ। ਸਾਚੇ ਪਿਰ ਲੋੜੀ ਮਤਪੂਰੀ ਪ੍ਰਧਾਨ ਹੈ, ਸੰਜੋਗੀ ਮੇਲਾ ਥਾਨ ਸੁਹੇਲਾ, ਗੁਣਵੰਤੀ ਗੁਰ ਗਿਆਨੇ। ਹੁਣ ਚੰਗੇ ਭਾਗ, ਇੱਥੇ ਭਾਗ ਫੇਰ ਆ ਗਏ ਜੇ, ਉਹਦੇ ਨਾਲ ਮਿਲਾਪ ਹੋ ਗਿਆ। ਇੱਕ ਤੇ ਭਾਗ ਤੇ ਕਰਮ ਤੇ ਇਹ ਦੋ ਚਾਰ ਚੀਜ਼ਾਂ ਮੇਰਾ ਖਹਿੜਾ ਨਹੀਂ ਛੱਡਦੀਆਂ ਹੈ। ਸੰਜੋਗੀ ਮੇਲਾ ਥਾਨ ਸੁਹੇਲਾ, ਗੁਣਵੰਤੀ ਗੁਰ ਗਿਆਨੇ। ਹੁਣ ਮੈਂ ਗੁਰੂ ਦੇ ਗਿਆਨ ਵਾਲੀ ਹੋ ਗਈਆਂ, ਗੁਰੂ ਦੇ ਮਤ ਵਾਲੀ ਹੋ ਗਈਆਂ, ਉਹਦੇ ਗੁਣ ਮੈਂ ਇਨਕਲਕੇਟ ਕਰਨੇ ਸ਼ੁਰੂ ਕਰਤੇ ਨੇ, ਤੇ I am the luckiest one. I should be considering myself very lucky. ਤੇ ਮੈਨੂੰ I feel comfort in my life, in my day-to-day life, implicative life ਜਿਹੜੀ ਵੀ ਹੈ। ਕਿਉਂ ਕਿ ਮੈਨੂੰ ਮੇਰੇ ਮਾਲਕ ਨੇ choicest, I am the choicest one। ਉਹ ਜਿਹੜੇ ਪੰਚੇ ਪਾਵੇਂ ਦਰਗਾਹ ਮਾਨ, I am the choicest one। ਤੇ ਮੈਨੂੰ ਉਹਨੇ ਬਖਸ਼ਿਸ਼ ਕੀਤੀ ਹੈ, ਮੈਨੂੰ ਆਪਣੇ ਨਾਲ ਜੋੜਿਆ। ਸਤ ਸੰਤੋਖ ਸਦਾ ਸੱਚ ਪੱਲੇ। ਹੁਣ ਮੇਰੀ ਅਵਸਥਾ ਬਦਲ ਗਈ ਹੈ, ਪਹਿਲੇ ਮੇਰੇ ਕੋਲ ਵਿਕਾਰ ਸੀਗੇ ਪੱਲੇ 'ਚ, ਹੁਣ ਸਤ। ਇਹਦੇ 'ਚ ਨਾ ਇੱਕ ਸ਼ਬਦ ਆਇਆ ਸੀ ਪਿੱਛੇ ਜੇ ਸੂਹੀ ਦੇ ਵਿੱਚ, ਸਤ ਸੰਤੋਖ ਕਰ ਭਾਓ, ਸਤ ਸੰਤੋਖ ਭਾਓ ਕਰ ਕੁੜਮ ਕੁੜਮਾਈ ਬਲਰਾਮ ਜੀ। ਮੈਂ ਕਿਹਾ ਕਿਹੜਾ ਕੁੜਮ ਇਹੋ ਜਿਹਾ ਹੋ ਸਕਦਾ ਕਦੀ। ਸੋ ਸਤ ਸੰਤੋਖ ਸਦਾ ਸੱਚ ਪੱਲੇ, ਸੱਚ ਬੋਲੇ ਫਿਰ ਪਾਏ। ਹੁਣ ਜਦੋਂ ਮੈਂ ਸਤ ਤੇ ਸੰਤੋਖ ਉਹਦੀ ਯਾਦ ਦੇ ਵਿੱਚ ਰਵੇ ਮੇਰੇ, ਤੇ ਸੱਚ ਬੋਲੇ, ਹੁਣ ਸੱਚ ਹੀ ਸੱਚ ਹੈਗਾ ਮੇਰੀ ਜ਼ਿੰਦਗੀ 'ਚ। ਖਿਆਲ ਰਵੇ ਕਿ ਮੈਂ ਸੱਚਿਆਰ ਬਣ ਤੇ ਨਹੀਂ ਗਿਆ ਜੇ ਮੈਂ ਥਾਟਸ ਦਾ ਮਾਲਕ ਹੋ ਜਾਂ ਤੇ, ਮੇਰਾ ਜਿਹੜਾ ਗੋਲ ਸੀ ਉਹ ਇੱਥੇ ਬੈਠਾ ਹੈ। ਇਸ ਤਰ੍ਹਾਂ ਬਾਣੀ ਦੇ ਵਿੱਚ ਬੜੀਆਂ ਥਾਵਾਂ ਤੇ ਮਹਿਸੂਸ ਹੁੰਦਾ ਹੈ ਕਿ ਉਹ I am there, ਪਰ just a glimpse of it, because practically we haven't been there. We can imagine only. ਸੱਸ ਤੋਂ ਸੱਸ ਪਤਾ, ਸੱਚ ਬੋਲੇ ਫਿਰ ਭਾਏ, ਚੰਗੀ ਲੱਗਦੀ ਹੈ, ਮੈਂ ਉਹਨੂੰ ਚੰਗੀ ਲੱਗਦੀ ਹਾਂ। ਨਾਨਕ ਵਿਛੜ ਨਾ ਦੁੱਖ ਪਾਏ, ਗੁਰਮਤਿ ਅੰਗ ਸਮਾਏ।
ਹੁਣ ਇਹ ਸਾਡੇ ਕਈ ਜਗਿਆਸੂਆਂ ਦਾ, many seekers have the question ਕਿ when we are into the oneness domain, then we go back because of the thought process. Then are we thrown into the same mud? No. No. ਸਾਨੂੰ ਕਿਉਂਕਿ ਸਾਡੇ ਕੋਲ ਉਹ ਅਵੇਅਰਨੈਸ ਇੰਨੀ ਜ਼ਿਆਦਾ ਆ ਚੁੱਕੀ ਹੋਣੀ ਚਾਹੀਦੀ ਹੈ, ਆਮ ਯੂਜ਼ਿੰਗ ਦਾ ਵਰਡ, ਕਿ ਜੇ ਮੈਂ ਉੱਥੋਂ ਦੂਰ ਚਲਾ ਵੀ ਜਾਵਾਂ ਤੇ ਮੈਨੂੰ ਲੱਗੇ ਕਿ ਮੇਰਾ ਨਸ਼ਾ ਟੁੱਟ ਰਿਹਾ ਹੈ, ਇੱਕ ਸ਼ਰਾਬੀ ਵਾਂਗ। ਮੈਨੂੰ ਕਿਸੇ ਚੀਜ਼ ਦੀ ਘਾਟ ਹੋ ਰਹੀ ਹੈ, ਮੈਨੂੰ ਭੁੱਖ ਲੱਗੀ, ਤ੍ਰਿਖਾ ਨਾ ਉਤਰੈ, ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀ। I have to be longing for that. ਇਸ ਕਰਕੇ ਮੈਂ ਦੁੱਖ ਨਹੀਂ ਪਾ ਸਕਦਾ। ਫਿਰ ਮੈਨੂੰ ਦੁਨਿਆਵੀ ਵਿਕਾਰ ਨਹੀਂ ਘੇਰਨਗੇ, ਇੰਨਾ ਜ਼ਿਆਦਾ ਘੇਰਨਗੇ, because I'm not expert ਕਿ ਮੈਂ ਸਵਿਚ ਔਨ ਐਂਡ ਆਫ ਕਰ ਲਾਂ। ਪਰ that is what I need to practice. ਨਾਨਕ ਵਿਛੜ ਨਾ ਦੁੱਖ ਪਾਏ, ਗੁਰਮਤਿ ਅੰਕ ਸਮਾਏ। ਇਹ ਮੇਰੀ ਸਮਝ ਦੀ ਗੱਲ ਹੈ ਜੀ। ਆਪ ਜੀ ਕਿਰਪਾ ਕਰੋ। ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰੋ ਕੋਈ। ਭੁਪਿੰਦਰ ਜੀ inputs. I think it's been a wonderful journey this last couple of Isn't it right from I'm just reflecting that yeah, this probably should be the Shabad that they should sing at marriages, because it is a marriage. And I was looking at the Lama, and the Lama was also, the four Podiya in the Lama are also about the union with God, the divine. This is so much in reflection of that. And I was just wondering whether there is not one word, my dear. There is not one Shabad. Yeah. There are so many in the sequence, right from Kuchaji. Trust me. Right. I've been traveling back and forth for last few days. You could. And it's all about the love and the union with God, like you always keep saying, and it's getting embedded, moving from the I-ness to the oneness. That's it. I was just listening. It's a transformation. I was just listening to someone talking. The I-ness is the illness. Yeah. The oneness and the we-ness is the wellness. Yeah. So we should move from the I to the we, move from illness to wellness. Yeah. But again, it's the premise. Nice to say. Yes. Learn something new. Always. Hey, Sangat da gun. That there is not one person who can feel that, oh, I know everything. No. There is yet something to learn. That should be the belief. Nice, very nice. Kara Singh ji, thank you, Pavinder ji. Thank you. And I got to go. Okay. Who is holding you? ਹਾਂਜੀ ਕਾਰ ਸਿੰਘ ਜੀ, ਬਾਬਾ ਜੀ। ਹਾਂਜੀ I think well done, ਤੁਸੀਂ ਸੋਹਣਾ ਕੀਤਾ। ਅੱਛਾ ਜੀ, ਮੈਂ ਚੌੜਾ ਹੋ ਜਾ। ਦੇਖ ਐਡਾ ਫੁੱਲ ਗਿਆ ਮੈਂ। ਉਹ ਹੁੰਦਾ ਵੀ ਜਦੋਂ ਕੋਚ ਹੀ ਮਾਇਆ ਦੇ ਚੱਕਰਾਂ 'ਚ ਇੰਨਾ ਫਸਿਆ ਹੋਇਆ ਵਾ ਤੇ ਉਹਦੇ ਕਰਕੇ ਇਹ ਦੁਖੀ ਆ, ਤੇ ਫਿਰ ਇਹਨੂੰ ਸੋਝੀ ਲੱਗਦੀ ਆ ਵੀ ਮੇਰੇ ਦੁੱਖ ਦਾ ਕੀ ਕਾਰਨ ਹੈ। ਤੇ ਤਾਂ ਕਹਿੰਦੇ ਸਤਿਗੁਰ ਪੂਛ ਨਾ ਮਾਰਗ ਚਾਲੀ। ਮੈਂ ਫਿਰ ਜਦੋਂ ਮੈਂ ਆਪਣੇ ਮਾਇਆ ਦੇ ਪ੍ਰਭਾਵ ਵਿੱਚ ਰਹੀ ਸੀ ਤੇ ਮੈਂ ਕਿਸੇ ਤੋਂ ਗਾਈਡੈਂਸ ਨਹੀਂ ਲਈ, ਸਿਆਣੇ ਬੰਦੇ ਤੋਂ ਜਾਂ ਗੁਰੂ ਸਾਹਿਬ ਦੇ ਕੋਲ ਨਹੀਂ ਮੈਂ ਗਈ, ਤੇ ਮੈਨੂੰ ਜਿਹੜੀ ਜੀਵਨ ਦੀ ਰਿਐਲਿਟੀ ਆ ਉਹਦਾ ਮੈਨੂੰ ਪਤਾ ਨਹੀਂ ਲੱਗਾ। ਤੇ ਫਿਰ ਜਦੋਂ ਮੈਂ ਬਾਬਾ ਕਿਹਾ ਗੁਰੂ ਨੂੰ, ਹੇ ਸੱਚੇ ਪਾਤਸ਼ਾਹ ਮੈਨੂੰ ਵਰ ਦੇ, ਹਰ ਵਾਰ ਪਾਏ, ਜੇ ਮੈਨੂੰ ਕੋਈ ਬਖਸ਼ਿਸ਼ ਕਰਕੇ ਮੈਨੂੰ ਸੋਝੀ ਆਵੇ। ਫਿਰ ਜਦੋਂ ਉਹ ਟਰਾਂਸਫੋਰਮੇਸ਼ਨ ਹੋਣਾ ਚਾਹੁੰਦੀ ਹੈ, ਮਾਇਆ ਦੇ ਪ੍ਰਭਾਵ ਵਿੱਚੋਂ ਨਿਕਲ ਕੇ
ਤੇ ਉਹ ਪਰਮਾਤਮਾ ਦੇ ਪ੍ਰਭਾਵ ਵਿੱਚ ਜਾਣਾ ਚਾਹੁੰਦੀ ਆ। ਤੇ ਇਹ ਜਿਹੜੀ ਟਰਾਂਸਫੋਰਮੇਸ਼ਨ ਆ ਫਰੋਮ ਮਾਇਆ ਟੂ ਦ ਸਪਿਰਿਚੁਅਲ ਲਾਈਫ, ਗੁਰੂ ਸਾਹਿਬ ਨੇ ਇੱਕ ਨਾਟਕ ਜਿਹਾ ਲਿਖਿਆ ਵਾ। ਉਹ ਇੱਕ ਵੈਡਿੰਗ ਦੇ ਹਿਸਾਬ ਨਾਲ ਲਿਖਿਆ ਵੀ ਕਿੱਦਾਂ ਆਪਣੇ ਪਿੰਡਾਂ ਦੀਆਂ ਧੀਆਂ ਭੈਣਾਂ ਬੀਬੀਆਂ ਸਹੁਰੇ ਘਰ ਵਿੱਚੋਂ ਜੰਮਦੀਆਂ ਪਲਦੀਆਂ ਵੱਡੀਆਂ ਹੁੰਦੀਆਂ ਨੇ, ਤੇ ਫਿਰ ਉਹਨੂੰ ਵਿਆਹ ਦਿੱਤਾ ਜਾਂਦਾ। ਤੇ ਜਿਸ ਤਰ੍ਹਾਂ ਕਹਿੰਦੇ ਆ ਵੀ ਬੜੀ ਦੂਰ ਮਤਲਬ ਸੀ ਕੀ ਹੁੰਦੇ ਆ, ਬਾਬਲ ਦਿੱਤੜੀ ਦੂਰ, ਬਾਬਲ ਦਿੱਤੜੀ ਦੂਰ। ਹੁਣ ਜਿਸ ਤਰ੍ਹਾਂ ਹੁੰਦਾ ਸੀ ਕਿ ਕਈ ਵਾਰੀ ਕਈ ਧੀਆਂ ਭੈਣਾਂ ਹੁੰਦੀਆਂ ਸੀ ਤੇ ਉਹ ਬੜੀ 50 ਮੀਲ ਦੂਰ ਜਾਂ 100 ਮੀਲ ਦੂਰ ਜਾਂ 500 ਮੀਲ ਦੂਰ ਵਹੀਂ ਜਾਂਦੀਆਂ ਸੀ। ਜਿਸ ਤਰ੍ਹਾਂ ਪੰਜਾਬ ਚੋਂ ਅੰਮ੍ਰਿਤਸਰ ਚੋਂ ਕੋਈ ਕੁੜੀ ਯੂਪੀ ਵਿਆਹੀ ਜਾਵੇ, ਤੇ ਜੇ ਹੁਣ 5-7-10 ਮੀਲਾਂ ਦੇ ਵਿੱਚ ਹੋਵੇ ਤੇ ਉਹ ਫਰੀਕੁਐਂਟਲੀ ਆ ਜਾ ਸਕਦੀ ਹੈ। ਤੇ ਪਰ ਜਦੋਂ ਉਹ ਬੜੀ ਦੂਰ ਚਲੇ ਜਾਂਦੀ ਹੈ ਫਿਰ ਉਹ ਸਾਲ 6 ਮਹੀਨਿਆਂ 'ਚ 2 ਸਾਲਾਂ 'ਚ 5 ਸਾਲਾਂ 'ਚ ਆਏਗੀ। ਸਿਮਿਲਰਲੀ ਕਹਿੰਦੇ ਵੀ ਮੇਰੇ ਬਾਬਲ ਨੇ ਕੀ ਕੀਤਾ, ਮੈਨੂੰ ਜੀਵ ਇਸਤਰੀ ਨੂੰ ਇੰਨੀ ਦੂਰ ਵਿਆਹ ਦਿੱਤਾ ਕਿ ਮਾਇਆ ਤੋਂ ਭਾਵ ਮੇਰੇ ਪਿੰਡ ਦੀ ਰੀਚ ਤੋਂ ਦੂਰ ਚਲੇਗੀ, ਮੈਂ ਮਾਇਆ ਤੋਂ ਇੰਨੀ ਦੂਰ ਚਲੇਗੀ। ਤੇ ਉਹ ਦੂਰੀ ਕੀ ਸੀ? ਉਹ ਅਧਿਆਤਮਿਕ ਜੀਵਨ ਦੀ ਦੂਰੀ ਸੀ, ਜਿੱਥੇ ਉਹਨੂੰ ਆਪਣਾ ਖਸਮ ਪਾਤਸ਼ਾਹ ਵਾਹਿਗੁਰੂ ਜੀ ਮਿਲਿਆ, ਜਿਹਦੇ ਨਾਲ ਉਹਦਾ ਵਿਆਹ ਹੋਇਆ। ਤੇ ਉੱਥੇ ਫਿਰ ਉਹਦੀ ਹਜ਼ੂਰੀ ਵਿੱਚ ਰਹਿਣਾ ਸ਼ੁਰੂ ਕੀਤਾ, ਅਧਿਆਤਮਿਕ ਜੀਵਨ ਸ਼ੁਰੂ ਕੀਤਾ। ਤੇ ਜਿਹੜੇ ਪਹਿਲਾਂ ਮਾਇਆ ਦੇ ਪ੍ਰਭਾਵ ਸੀ ਉਹ ਉਹਨੇ ਛੱਡੇ, ਤੇ ਜਿਹੜੇ ਇਹ ਵਾਹਿਗੁਰੂ ਦੇ ਪ੍ਰਭਾਵ ਥੱਲੇ ਉਹਨੇ ਜੀਵਨ ਦਿੱਤਾ, ਜਿੱਥੇ ਉਹ ਬੜੀ ਖੁਸ਼ ਰਹੀ ਹੈ। ਤੇ ਉਹ ਸਾਰਾ ਕੁਝ ਜੋ ਗੁਰੂ ਕਹਿੰਦੇ ਵੀ ਉਹਦਾ ਕਾਰਨ ਕੀ ਸੀ? ਅੱਛਾ, ਕਹਿੰਦੇ ਵੀ ਜਿਹੜਾ ਸੰਜੋਗੀ ਮੇਲਾ ਥਾਨ ਸਹੇਲਾ ਜਿਹੜਾ ਹੋਇਆ, ਜਿਹੜਾ ਮੇਰਾ ਪ੍ਰਮਾਤਮਾ ਦੇ ਨਾਲ ਮਿਲਾਪ ਹੋਇਆ ਤੇ ਮੇਰੇ ਹਿਰਦੇ ਰੂਪੀ ਜਿਹੜਾ ਥਾਨ ਇੰਨਾ ਸੋਹਣਾ ਬਣਿਆ ਤੇ ਮੈਂ ਗੁਣਵੰਤੀ ਬਣੀ। ਤੇ ਉਹਦਾ ਕਾਰਨ ਕੀ ਸੀ? ਗੁਰ ਗਿਆਨੇ, ਗੁਰੂ ਦੇ ਗਿਆਨ ਦੁਆਰਾ ਮੇਰਾ ਮਾਲਕ ਨਾਲ ਮੇਰਾ ਸੋਹਣਾ ਸੰਜੋਗ ਹੋਇਆ, ਮੇਰਾ ਉਹਦੇ ਨਾਲ ਵਿਆਹ ਹੋਇਆ। ਤੇ ਇਹ ਵਿਆਹ ਅੰਦਰ ਹੀ ਆ, ਕੋਈ ਇਹਦੇ ਵਾਸਤੇ ਕੋਈ ਜਿਸ ਤਰ੍ਹਾਂ ਆਪਾਂ ਹਾਰ ਵਿਆਹ ਕਰਕੇ, ਜੇ ਸੰਸਾਰੀ ਵਿਆਹ ਦੀ ਗੱਲ ਨਹੀਂ ਹੁੰਦੀ, ਅੰਦਰ ਇੰਤਰੀਵ ਅਣਦਿਖ ਵਿਆਹ ਦੀ ਗੱਲ ਗੁਰੂ ਸਾਹਿਬ ਕਰਦੇ ਨੇ, ਜਿਹੜਾ ਦਿਖਾਈ ਨਹੀਂ ਦਿੰਦਾ। ਸੰਜੋਗੀ ਮੇਲਾ, ਸੰਜੋਗ ਹੁੰਦਾ ਸੋਹਣਾ ਮਿਲਾਪ। ਸੋਹਣਾ ਮਿਲਾਪ ਉਹੀ ਹੁੰਦਾ ਵਾ ਜਿਹਦੇ ਵਿੱਚ ਆਨੰਦ ਹੋਵੇ, ਓਕੇ, ਜਿਹਦੇ ਵਿੱਚ ਮਨੁੱਖ ਸਚਾਰ ਹੋਵੇ, ਪੰਚ ਹੋਵੇ ਤੇ ਪਰਮਾਤਮਾ ਦੀ ਹਜ਼ੂਰੀ ਨੂੰ ਮਹਿਸੂਸ ਕਰਦਾ ਹੋਵੇ। ਤੇ ਇਹ ਥਾਨ ਸਹੇਲਾ ਤਾਂ ਬਣਦਾ, ਹਿਰਦੇ ਰੂਪੀ ਥਾਨ ਸਹੇਲਾ ਬਣ ਗਿਆ। ਗੁਣਵੰਤੀ, ਸਾਰੇ ਗੁਣ ਆ ਗਏ, ਸਤ ਸੰਤੋਖ ਵਿਚਾਰ ਦਇਆ ਧਰਮ ਸਾਰੇ ਗੁਣ ਆ ਗਏ। ਉਹਦਾ ਕਾਰਨ ਸੀ ਗੁਰ ਗਿਆਨੇ, ਗੁਰੂ ਦੇ ਗਿਆਨ ਕਰਕੇ। ਤੇ ਫਿਰ ਕੀ ਹੋਇਆ? ਸਾਚੇ ਪਿਰ ਲੋੜੀ। ਅੱਛਾ, ਹੁਣ ਸਾਚੇ ਪਿਰ ਲੋੜੀ ਹੋਣ ਵਾਸਤੇ ਇਹਨੂੰ ਕੁਆਲੀਫਾਈਡ ਹੋਣਾ ਜ਼ਰੂਰੀ ਸੀ। ਕੁਆਲੀਫਾਈਡ ਹੋਣ ਵਾਸਤੇ ਉਹ ਕੀ ਆ? ਉਹ ਗੁਰਮਤਿ ਅੰਕ ਸਮਾਈ ਹੈ। ਉਹਨੇ ਗੁਰਮਤਿ ਨੂੰ ਗ੍ਰਹਿਣ ਕੀਤਾ ਤੇ ਉਹਦੇ ਵਿੱਚ ਸਮਾ ਗਈ। ਤੇ ਫੇਰ ਕਹਿੰਦੀ ਹੁਣ ਮੈਂ ਵਿਛੜਦੀ ਨਹੀਂ ਗੀ। ਓਕੇ, ਹੁਣ ਵਿਛੜ ਕੇ ਮੈਨੂੰ ਦੁੱਖ ਨਹੀਂ ਮਿਲੇਗਾ। ਹੁਣ ਤੇ ਸਤ ਸੰਤੋਖ ਸਦਾ ਸੱਚ ਪੱਲੇ, ਸੱਚ ਬੋਲੇ ਪਿਰ ਭਾਏ। ਹੁਣ ਮੇਰੇ ਕੋਲ ਕੀ ਨੇ? ਸੱਤ ਆ, ਸੰਤੋਖ ਆ, ਤੇ ਮੇਰੇ ਪੱਲੇ ਜਿਹੜੀ ਐਬਸੋਲੂਟ ਟਰੂਥ ਆ ਉਹ ਮੇਰੇ ਪੱਲੇ ਆ। ਤੇ ਮੈਂ ਸੱਚ ਹੀ ਬੋਲਦੀ ਆ ਤੇ ਸੱਚ ਹੀ ਸੁਣਦੀ ਆ। ਤੇ ਇਹ ਜਿਹੜਾ ਮੇਰਾ ਜੀਵਨ ਜਾਚ ਆ, ਮੇਰੇ ਖਸਮ ਨੂੰ ਬੜਾ ਪਸੰਦ ਆ। ਆਹ ਤੇ ਗੱਲ ਮਾੜੀ ਜੀ ਦਾਸ ਨੂੰ ਸਮਝ ਆਈ। ਹਾਂਜੀ, ਖਾਲਸਾ ਜੀ। ਹਾਂਜੀ, ਇੱਕ ਹੋਰ ਗੱਲ ਆਈ ਸੀ ਕਿ ਕਿਰਤ ਪਿਆ ਨਾ ਮੇਟੈ ਕੋਇ, ਕਿਆ ਜਾਣਾ ਕਿਆ ਆਗਿਆ ਹੋਏ। ਅਗੇਨ ਇਹ ਕੰਟਰੋਵਰਸ਼ੀਅਲ ਜਾਂ ਕਨਫਿਊਜ਼ਿੰਗ ਥਾਟ ਹੈ। ਕਿਰਤ ਪਿਆ ਉੱਥੇ ਵੀ ਆਇਆ ਸੀ ਕਿ ਜਦੋਂ ਅਸੀਂ ਜਿਹੜਾ ਟ੍ਰੈਡੀਸ਼ਨਲ ਅਰਥ ਪੜ੍ਹਦੇ ਹਾਂ ਤੇ ਉਹਦੇ ਚ ਆ ਜਾਂਦਾ ਵੀ ਜਿਹੜੇ ਜਨਮਾਂ ਦੇ ਕੀਤੇ ਹੋਏ ਫਲ। ਤੇ ਜਦੋਂ ਅਸੀਂ ਪੋਸਟ ਮਾਡਰਨਿਜ਼ਮ ਚ ਆਨੇ ਆ ਤੇ ਜੋ ਮੈਂ ਕੀਤਾ ਏ ਉਹ ਕੋਈ ਮਿਟਾ ਨਹੀਂ ਸਕਦਾ। ਮੈਂ ਜੋ ਕਰ ਆਇਆ, I cannot erase it, and not only me, no one can erase it. I have to bear its fruit.
ਆਪੇ ਬੀਜ ਆਪੇ ਹੀ। ਅਕਾਲ ਪੁਰਖ ਵੀ ਮੈਨੂੰ ਬਖਸ਼ ਸਕਦਾ ਹੈ, ਪਰ ਮੈਨੂੰ ਉਹਦਾ ਫਰੂਟ ਜ਼ਰੂਰ ਚਖਾਏਗਾ। ਇਸ ਗੱਲ ਨੂੰ ਅਸੀਂ ਸਮਝ ਲਈਏ। ਇਸ ਕਰਕੇ ਸਾਨੂੰ ਚੰਗੇ ਕੰਮ ਕਰਨ ਦੀ ਆਦਤ ਪੈ ਜਾਏ, ਸਿੱਖ ਸੰਗਤ ਨੂੰ ਲੱਭਦਾ ਹੈ। ਸੋ ਹਰਕੇਵਲ ਜੀ, ਆਪ ਜੀ ਕੁਝ ਕਹਿ ਰਹੇ ਸੀ ਉੱਥੇ, ਉਹ ਗੱਲ ਆਪਾਂ ਤੁਹਾਡੀ ਖੋਲ ਲਈ ਸੀ। ਕਿਹੜੇ ਦੇ ਵਿੱਚ ਸੀਗਾ ਉਹ? ਕਿਰਤ ਪਿਆ ਕਰਤੈ ਕਰ ਪਾਇਆ ਮੇਟ ਨਾ ਸਕੇ ਕੋਈ। ਨਹੀਂ, ਉਹ ਕਿਹੜੇ ਵਿੱਚ ਸੀਗਾ? ਉਹ ਸੈਕੰਡ ਥਰਡ ਸਟੈਂਜ਼ੇ ਦੇ ਵਿੱਚ ਹੈ। ਓਕੇ, ਕਿਰਤ ਪਾਇਆ ਕਰਤੇ ਕਰ ਪਾਇਆ। ਹੁਣ ਕਰਤੇ ਕਰ ਪਾਇਆ ਕਿਉਂ ਹੈ? ਮੈਂ ਤੇ ਆਪਣਾ ਕਰਮ ਕਰ ਲਿਆ। ਇਹ ਹੁਣੇ ਜਿਹੜੀ ਅਸੀਂ ਗੱਲ ਕੀਤੀ, ਕਿਰਤ ਪਿਆ ਨਾ ਮੇਟਾ ਕੋਈ। ਮੈਂ ਆਪਣਾ ਕਰਮ, ਮੈਂ ਆਪਣੀ ਐਫਰਟ ਕਰ ਲਈ, ਪਰ ਮੇਰੇ ਮਾਲਕ ਨੇ ਰਹਿਮਤ ਕੀਤੀ, ਉਹਨੇ ਮੇਰੇ ਉਹਦੇ ਚ ਲਿਖ ਦਿੱਤਾ ਅਕਾਊਂਟ ਚ, ਜਾਂ ਮੈਨੂੰ ਬਲੈਸ ਕਰ ਦਿੱਤਾ। ਯਾਨੀ ਕਿ I attempted and I got blessed, I requested, I got blessed, ਤੇ ਫਿਰ ਮੇਟ ਨਾ ਸਕਿਆ ਕੋਈ। ਸੇਮ ਗੱਲ, ਪਿਆ ਕਿਰਤ ਨਾ ਮੇਟਾ ਕੋਈ। ਹੁਣ ਜਦੋਂ ਮੈਂ ਕੰਮ ਚੰਗਾ ਕਰ ਲਿਆ ਤੇ ਮਾਲਕ ਨੇ ਉਹਨੂੰ ਐਂਡੋਰਸ ਕਰ ਦਿੱਤਾ, ਤੇ ਫਿਰ ਨਹੀਂ ਉਹ ਮਿਟਦਾ। ਇੱਥੇ ਪਾਤਸ਼ਾਹ ਇਹ ਕਹਿਣਾ ਚਾਹ ਰਹੇ ਨੇ ਕਿ ਸਾਹੇ ਦੀ ਗੱਲ ਹੋ ਰਹੀ ਹੈ ਨਾ, ਉਹ ਪ੍ਰੀ ਡੈਸਟਿਨ ਜਿਹੜਾ ਉਹ ਮੋਮੈਂਟ ਹੈ ਜਿਹਦੇ ਵਿੱਚ ਮੈਂ ਰੱਬ ਵਾਲਾ ਬਣ ਜਾਣਾ ਹੈ। ਉਹ ਜਿਹੜੀ ਆਪਾਂ ਮੈਂ ਲਿਆ ਸੀ ਐਗਜ਼ਾਮਪਲ ਕਿ ਜਿੱਤ ਦਿਹਾੜੇ ਧਨ ਵਰੀ ਸਾਹੇ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਜਿੰਦ ਨੇ ਮਾਣੀ ਕੱਢੀਏ ਹੱਡਾਂ ਕੋ ਕੜਕਾਏ, ਸਾਹੇ ਲਿਖੇ ਨਾ ਚੱਲੇ ਜਿੰਦੂ ਕੋ ਸਮਝਾਏ। ਕਿਹੜੀ ਮੋਮੈਂਟ ਹੈ? ਜਿੰਦ ਵੋਟੀ ਮਰਨ ਵਾਰ ਲੈ ਜਾਸੀ ਪਰਣਾਏ, ਆਪਣ ਹੱਥੀ ਜੋੜ ਕੇ, ਉਹ ਵਾਲਾ। ਠੀਕ ਹੈ ਜੀ, ਇਹੀ ਸੀਗਾ ਸਵਾਲ ਹਰਕੇਵਲ ਜੀ। ਥੈਂਕ ਯੂ। ਹਾਂਜੀ ਹਾਂਜੀ। ਇੱਕ ਗੱਲ ਹੋਰ ਮੈਂ ਸਾਂਝੀ ਕਰਾਂ ਇਸ ਪੰਕਤੀ ਦੇ, ਕਰ ਸਕਦੇ? ਹਾਂ, ਕਿਉਂ ਨਹੀਂ ਕਰ ਸਕਦੇ? ਪਤਾ ਨਹੀਂ ਤੁਸੀਂ ਕਰ ਸਕਦੇ ਹੋ ਕਿ ਨਹੀਂ, ਹਿੰਮਤ ਹੈਗੀ ਕਿ ਨਹੀਂ। ਭਰਾਵਾ ਅੰਬ ਗਏ ਹੋ ਤੇ ਪ੍ਰਿੰਸੀਪਲ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ, ਕੋਈ ਨਾ ਕਿਤੇ ਝਾੜ ਹੀ ਪੈ ਜਾਂਦੀ ਹੋਵੇ। ਚਲੋ ਅੱਛਾ, ਇਸ ਗੱਲ ਨੂੰ ਸਮਝਣਾ ਹੋਵੇ ਤੇ ਨਾਨਕ ਸਾਹਿਬ ਦੀ ਵਿੱਚ ਇੱਕ ਗੁਰੂ ਸਾਹਿਬ ਨੇ ਸ਼ਬਦ ਲਿਖਿਆ, ਜਿਵ ਤੂੰ ਚਲਾਏ ਤਿਵੇਂ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੇਂ ਚੱਲੈ, ਜਿੰਨਾ ਮਾਰਗ ਪਾਵੇ। ਹੁਣ ਜਿਹੜਾ ਸਾਡਾ ਲਾਈਫ ਸਟਾਈਲ ਆ, ਤੇ ਲਾਈਫ ਵੀ ਲਿਵਿੰਗ is we may not able to feel it, but is driven by a ਨਿਰੰਕਾਰੀ ਸ਼ਕਤੀ ਜਿਹੜੀ ਸਾਡੇ ਵਿੱਚ ਆ, ਉਹ ਇਹਨੂੰ ਡਰਾਈਵ ਕਰਦੇ ਆ। ਓਕੇ, ਉਹ ਭਾਵੇਂ ਮਾੜੀ ਜ਼ਿੰਦਗੀ ਹੋਵੇ ਤੇ ਭਾਵੇਂ ਚੰਗੀ ਹੋਵੇ, ਦੋਵਾਂ ਕੇਸਾਂ ਦੇ ਵਿੱਚ ਜਿਹੜੀ ਸਾਡੀ ਨਿਰੰਕਾਰੀ ਸ਼ਕਤੀ ਆ, ਉਹ ਸਾਨੂੰ ਡਰਾਈਵ ਕਰਦੇ ਆ। ਅੱਛਾ, ਜਦੋਂ ਕਰਤੇ ਕਰ ਪਾਇਆ, ਕਿਰਤ ਪਾਇਆ ਕਰਤੇ ਕਰ ਪਾਇਆ, ਜਿਹੜੀ ਮੈਂ ਕਿਰਤ ਕਰ ਰਿਹਾ ਵਾਂ, ਜਿਹੜਾ ਮੈਂ ਜੀਵਨ ਜੀ ਰਿਹਾ ਵਾਂ, ਉਹ ਸੱਚੇ ਪਾਤਸ਼ਾਹ ਦਾ ਕਰਕੇ ਹੀ ਆ। ਮੇਟ ਨਾ ਸਕੇ ਕੋਈ, that cannot be changed। ਓਕੇ, ਹੁਣ ਜਿੱਦਾਂ ਜਿਵ ਤੂੰ ਚਲਾਏ ਤਿਵੇਂ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਵ ਤੂੰ ਚਲਾਏ ਤਿਵੇਂ ਚੱਲੇ, ਜਿੰਨਾ ਮਾਰਗ ਪਾਵੇ। ਹੁਣ ਏਦਾਂ ਹੁੰਦਾ ਵੀ ਜਦੋਂ 95 ਤੇ ਕਾਰਾਂ ਜਾ ਰਹੀਆਂ ਨੇ, 5-4 ਲੇਨਾਂ ਨੇ, ਕਾਰਾਂ ਜਾ ਰਹੀਆਂ ਨੇ, ਸਾਰੇ ਹਿੰਦ ਜ਼ਿੰਦਗੀ ਜੀਂਦੇ ਨੇ ਜਿਤਨਾ ਹਾਈਵੇ ਤੇ ਕਾਰਾਂ ਜਾਣ ਡੀਆਂ, ਤੇ ਕੋਈ ਕਾਰ ਐਗਜ਼ਿਟ ਲੈ ਕੇ ਤੇ ਗੁਰਦੁਆਰੇ ਚਲੇ ਜਾਵੇ। ਇਸੇ ਤਰ੍ਹਾਂ ਸਾਡੇ ਜੀਵਨ ਜੀਂਦਿਆਂ ਜੀਂਦਿਆਂ ਉਹ ਕੋਈ ਮਨੁੱਖ ਚਲਦਿਆਂ ਚਲਦਿਆਂ ਉਸ ਲਾਈਫ ਸਟਾਈਲ ਵਿੱਚੋਂ ਐਗਜ਼ਿਟ ਕਰਕੇ ਤੇ ਗੁਰਦੁਆਰੇ ਆ ਜਾਏ, ਕਿ ਜਿੰਨਾ ਮਾਰਗ ਪਾਵੇ।
ਤੇ ਅੱਗੇ ਕੀ ਸੀ? ਗੁਰਦੁਆਰੇ ਲਾਏ ਭਾਵਨੀ ਨਹੀਂ ਇੱਕ ਨਾ ਹਾਂ ਓਕੇ। ਜੇ ਤੂੰ ਜਦ ਤਿਵੇਂ ਤਿੰਨਾ ਮਾਰ ਪਾਵੇ ਜਿੰਨਾ ਮੈਂ ਆਉਣਾ ਇੱਕ ਮਿੰਟ। ਜਬ ਤੂੰ ਚਲਾਏ ਤਿਵੇਂ ਚੱਲਣੇ ਜਿੰਨਾ ਮਾਰਗ ਪਾਵੇ ਹੋਰ ਕਿਆ ਜਾਣਾ ਗੁਣ ਤੇਰੇ ਕਰ ਕਿਰਪਾ ਜਿਨ ਨਾਮ ਲਾਏ ਸੇ ਗੁਰਦੁਆਰੇ ਸਦਾ ਧਿਆਵੇ ਪਾਵੇ। ਓਕੇ ਨਹੀਂ ਸੇ ਹਰ ਸਦਾ ਧਿਆਵੇ। ਹਾਂਜੀ ਨਹੀਂ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਹਾਂਜੀ ਗੁਰਦੁਆਰਾ ਉੱਥੇ ਹੁੰਦਾ ਵਾ ਜਿੱਥੇ ਗੁਰੂ ਦਾ ਸ਼ਬਦ ਹੁੰਦਾ। ਤੇ ਜੇ ਕਿਸੇ ਮਨੁੱਖ ਕੋ ਗੁਰੂ ਦਾ ਸ਼ਬਦ ਆ ਉਹਦੇ ਹੱਥ 'ਚ ਗੁਟਕਾ ਵਾ ਜਾਂ ਪੋਥੀ ਆ, ਮੇਰੇ ਲਈ ਉਹ ਹੀ ਗੁਰਦੁਆਰਾ ਵਾ। ਓਕੇ ਸੋ ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਹਾਂਜੀ ਇਹ ਗੱਲ ਜਿਹੜੀ ਸਮਝਣੀ ਸੌਖੀ ਆ ਕਿ ਜਿੰਨੇ ਵੀ ਸਾਡੀ ਲਾਈਫ ਦਾ ਸਟਾਈਲ ਆ, ਅਸੀਂ ਜੀਵਨ ਜੀ ਰਹੇ ਹਾਂ, ਇੱਦਾਂ ਇੰਝ ਲੱਗਦਾ ਕਿ ਜਿੱਦਾਂ ਮੈਂ ਜੀ ਰਿਹਾ ਵਾਂ। ਪਰ ਮੇਰੇ ਵਿੱਚ ਜਾਂ ਹਰ ਮਨੁੱਖ ਦੇ ਵਿੱਚ, ਹਰ ਜੀਵ ਜੰਤੂ ਦੇ ਵਿੱਚ ਮਨ ਜਿਹੜਾ ਨਾ ਐਸ ਲਾਈਕ ਏ ਡਰਾਈਵਰ ਆਫ ਵਨਸ ਲਾਈਫ। ਤੇ ਜਿਹੜਾ ਮਨ ਆ ਐਕਚੁਅਲੀ ਇਹ ਨਿਰੰਕਾਰੀ ਸ਼ਕਤੀ ਆ ਤੇ ਇਹੋ ਹੀ ਰੱਬ ਆ। ਅੱਛਾ ਹੁਣ ਇਹ ਕਈ ਵਾਰੀ ਰੱਬ ਜਿਹੜਾ ਹੁੰਦਾ ਨਾ ਇਹ ਰਾਜ ਸ਼ਕਤੀ ਵਿੱਚ ਵੀ ਹੁੰਦਾ, ਇੰਨਾ ਸੋਝੀਵਾਨ ਨਹੀਂ ਹੁੰਦਾ। ਫਿਰ ਇਹਨੂੰ ਗੁਰੂ ਚਾਹੀਦਾ ਜਿਹੜਾ ਇਹਨੂੰ ਸ਼ਾਰਪ ਕਰੇ। ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਆ ਵੀ ਉਹ ਆਪਣੇ 16 ਸਾਹਿਬ ਚ ਆਉਂਦਾ ਨਾ, ਮਨ ਚਿੱਤਾ ਭੁੱਲ ਗਿਆ, ਜਿਸ ਤਰ੍ਹਾਂ ਅਸੀਂ ਵੀ ਕੋਈ ਉਹ ਕਹਿੰਦੇ ਵੀ ਗੁਰਸਾਖੀ ਜੋਤ ਪ੍ਰਗਟ ਹੋਇਆ। ਆਮ ਸੌਰੀ। ਅੱਛਾ ਇਹ ਜੋਤ ਹੈਗੀ ਆ ਪਰ ਇਹ ਪ੍ਰਫੁੱਲ ਤੇ ਪ੍ਰਗਟ ਨਹੀਂ ਗੀ, ਕਾਮਯਾਬ ਨਹੀਂ ਗੀ। ਇਹ ਉਦੋਂ ਹੀ ਪ੍ਰਗਟ ਹੋਏਗੀ, ਉਦੋਂ ਹੀ ਇਹ ਵਰਕੇਬਲ ਹੋਏਗੀ ਜਦੋਂ ਇਹਨੂੰ ਗੁਰੂ ਦੀ ਸਿੱਖਿਆ ਮਿਲੇਗੀ। ਹਾਂਜੀ ਗੁਰੂ ਕਹਿੰਦੇ ਜਿੱਦਾਂ ਸਭ ਮੈਂ ਜੋਤ ਜੋਤ ਹੈ ਸੋਏ, ਕਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਉਸ ਚਾਨਣ ਦਾ ਕਰਕੇ ਹੀ ਸਾਰਿਆਂ ਵਿੱਚ ਚਾਨਣ ਆ। ਉਹ ਚਾਨਣ ਏਦਾਂ ਵਾ ਵੀ ਸਾਰੇ ਜੀਵਨ ਜੀਂਦੇ ਨੇ। ਚਾਨਣ ਦਾ ਮਤਲਬ ਇਹ ਨਹੀਂ ਕਿ ਉਹ ਕੋਈ ਬਲਬ ਜਗ ਪੈਣਾ, ਲਾਈਟ ਆ ਜਾਣੀ ਆ। ਚਾਨਣ ਹੋਣ ਦਾ ਮਤਲਬ ਹੈ ਕਿ ਜਿਹੜੀ ਜਿੰਨੇ ਵੀ ਜੀਵ ਜੰਤੂ ਨੇ, ਭਾਵੇਂ ਮਨੁੱਖ ਹੋਣ ਜਾਂ ਅਦਰ ਸਪੀਸੀਜ਼ ਹੋਣ, ਦੇ ਲਿਵ ਦੇਅਰ ਲਾਈਫ ਬਿਕਾਜ਼ ਆਫ ਦੈਟ ਜੋਤ। ਤੇ ਉਹ ਜੋਤ ਉਹਨਾਂ ਚਿਰ ਪ੍ਰਗਟ ਨਹੀਂ ਹੁੰਦੀ, ਵਰਕੇਬਲ ਨਹੀਂ ਹੁੰਦੀ, ਉਹ ਜਿੰਨਾ ਚਿਰ ਉਹਨੂੰ ਗੁਰੂ ਦੀ ਸਿੱਖਿਆ ਨਹੀਂ ਪ੍ਰਾਪਤ ਹੁੰਦੀ। ਹੁਣ ਇੱਥੇ ਦੇਖੋ ਇਹ ਜੀਵ ਇਸਤਰੀ ਜਿਹੜੀ ਮਾਇਆ ਦੇ ਵਿੱਚ ਖਚਿਤ ਸੀ, ਇਸ ਪੈਰਾਗ੍ਰਾਫ ਜਿਹੜਾ ਆਪਾਂ 4 ਬੰਦ ਇਕੱਠੇ ਕੀਤੇ ਆ, ਤੇ ਉਹ ਕਿੱਦਾਂ ਫਿਰ ਉਹ ਜਿਹੜੀ ਜੀਵ ਇਸਤਰੀ ਮਾਇਆ ਦੇ ਵਿੱਚ ਰੁਲਦੀ ਫਿਰਦੀ ਸੀ, ਉਹ ਕਿੱਦਾਂ ਗੁਰਮਤ ਲੈ ਕੇ ਕੁਆਲੀਫਾਈ ਹੋ ਕੇ ਤੇ ਉਹ ਪ੍ਰਮਾਤਮਾ ਨਾਲ ਵਿਆਹ ਕਰਾਉਣ ਦੇ ਲਾਇਕ ਹੋ ਗਈ। ਤੇ ਲੋੜੀ ਦੀ ਮੈਂ ਫਿਰ ਲੋੜੀ ਹੋ ਗਈ। ਫਿਰ ਉਹ ਏਦਾਂ ਮਾਲਕ ਨੂੰ ਚੰਗੀ ਲੱਗੀ। ਜਿੱਦਾਂ ਗੁਰੂ ਸਾਹਿਬ ਨੇ ਭਗਤ ਤੇਰੇ ਦਰ ਭਾਵ ਦੇ, ਭਗਤ ਤੇਰੇ ਦਰ ਭਾਵ ਦੇ ਹਰ ਸੋਹਣ ਕੀਰਤ ਗਾਵਦੇ। ਏਦਾਂ ਹੀ ਆ ਜਦੋਂ ਇਹ ਸੋਹਣੇ ਬਣ ਜਾਂਦੇ ਆ ਤੇ ਜਦੋਂ ਕੀਰਤ ਉਹਦੀ ਕਰਦੇ, ਉਹਦੀ ਸਿਫਤ ਸਲਾਹ ਕਰਦੇ ਆ ਤੇ ਉਹ ਮਾਲਕ ਨੂੰ ਚੰਗੇ ਲੱਗਦੇ ਆ। ਤੇ ਕਿਰਤ ਪਿਆ ਇਹੋ ਹੀ ਮੈਂ ਸਮਝਦਾ ਵਾਂ ਵੀ ਜੋ ਵੀ ਸਾਡਾ ਲਾਈਫ ਸਟਾਈਲ ਆ, ਇਸ ਨਾਟ ਇਹ ਡਰਿਵਨ ਬਾਈ ਅਸ, ਬਸ ਡਰਿਵਨ ਬਾਈ ਵਾਹਿਗੁਰੂ ਜੀ is a ਨਿਰੰਕਾਰੀ ਸ਼ਕਤੀ which operate us every second, every moment of our life. Correct. ਹਾਂਜੀ ਹੋਰ ਕੋਈ ਇਨਪੁਟ ਤੇ ਫਿਰ ਅਸੀਂ ਹਾਂ ਸੋਨਿਆ। Uncle, you said जो भी होता है मतलब बाबा जी कराते हैं, directly you're saying निरंकारी शक्ति कराती है, so then we should just surrender, तो आपे कराएंगे, but we have to make efforts for it, right? yes we have to. पर कराने वाला वो है, ਅਸੀਂ ਕਰਮ ਕਰਨਾ ਹੈ, ਆਪਣਾ ਕਰਮ ਅਸੀਂ ਕਰਨਾ ਹੈ। पर अगर ਇਹ ਨਹੀਂ ਕਿ ਅਸੀਂ ਨਿਠੱਲੇ ਹੋ ਕੇ ਬਹਿ ਜਾਣਾ ਹੈ। we have to do our part and then wait for his blessing, for his acceptance. ਪਹਿਲੇ ਕਿਰਪਾ ਹੁੰਦੀ ਹੈ ਜਾਂ ਅਸੀਂ ਕਰਦੇ ਹਾਂ ਉਸ ਦੇ ਬਾਅਦ ਕਿਰਪਾ ਹੁੰਦੀ ਹੈ? It's both. ਕਿਰਪਾ ਹੋਏਗੀ ਤੇ ਮੈਨੂੰ ਥਾਟ ਆਏਗਾ ਕਿ ਮੈਂ ਕਰਾਂ, just that, not ਕਿ ਮੈਂ ਪੁੱਗ ਗਿਆ, ਨਾ ਕਿ ਮੈਂ ਸਕਸੀਡ ਹੋ ਗਿਆ। ਠੀਕ ਹੈ। ਕਿਰਪਾ ਹੋਈ, ਮੈਨੂੰ ਅਵੇਅਰਨੈਸ ਆਈ, ਇੱਕ ਥਾਟ ਆਈ, ਇੱਕ ਜੋਲਟ ਆਈ ਕਿ I have to do it, and then I do it.
ਟੇਕ ਐਨ ਐਗਜ਼ਾਮਪਲ, ਮੈਨੂੰ ਕਿਰਪਾ ਹੋਈ ਕਿ ਮੈਂ ਸਵੇਰੇ ਉੱਠ ਕੇ ਪਾਠ ਕਰਿਆ ਕਰਨਾ ਹੈ। ਮੈਂ 8 ਵਜੇ ਉੱਠਦੀ ਹਾਂ, 7 ਵਜੇ ਉੱਠਦੀ ਹਾਂ, 9 ਵਜੇ ਉੱਠਦੀ ਹਾਂ, ਵਟਐਵਰ ਮੇਰੇ ਕੋਲ ਟਾਈਮ ਸਕੇਅਰਸ ਹੁੰਦਾ ਹੈ। ਆਈ ਹੈਵ ਟੂ ਪ੍ਰੀ ਸਕੈਜੂਲ, ਪ੍ਰੀਪੋਨ ਮਾਈ ਗੈਟ ਅਪ। ਸੋ ਵਟ ਆਈ ਡੂ ਇਜ਼ ਕਿ ਮੈਂ 9 ਵਜੇ 8 ਵਜੇ ਉੱਠਣ ਦੀ ਬਜਾਏ 7:45 ਉੱਠਦੀ ਹਾਂ। ਸੋ ਆਈ ਹੈਵ ਟੂ ਗਿਵ ਮਾਈ ਸੈਲਫ 15 ਮਿੰਟਸ। ਰੱਬ ਜੀ, ਬਾਬਾ ਜੀ ਮੈਨੂੰ ਕਿਰਪਾ ਕਰੋ, ਮੈਨੂੰ 7:45 ਵਜੇ ਉਠਾ ਦਿਓ। ਬਾਬਾ ਜੀ ਨੇ ਉਠਾਤਾ। I get up. It happens with everyone. You cannot deny that. I get up and then I sleep back. So kirpa hui, I refused to accept. Kirpa hui, main uthya, main paath kita. Now I am in the line to be blessed. I'm not sure whether I'd be blessed or not. You understand? Yes. That's what it is. Thank you. No problem. ਹਾਂਜੀ ਅਮਰਜੀਤ ਜੀ। ਮੋਮੈਂਟ ਅਗੋ ਤੁਸੀਂ ਕਿਹਾ ਸੀ ਆਪੇ ਬੀਜ ਆਪੇ ਹੀ ਖਾਏ। तो फिर एक बाणी थे आंदा है पिछले अवगुण बख्श ले अगे सही मार्ग पावे। प्रभ आगे मार्ग पावे। मार्ग पावे। So how does it work with that? We always have the ਆਪਾਂ ਜਿਹੜੀ ਹੁਣੇ ਗੱਲ ਕੀਤੀ ਸੀ ਕਿ we have the right ਕਿ ਮੇਰੇ ਪਿਛਲੇ ਅਵਗੁਣ ਨੇ। ਹਾਂਜੀ। ਲਿਖਿਆ ਕੋਈ ਮਿਟਾ ਨਹੀਂ ਸਕਦਾ। ਮੈਂ ਕਰ ਬੈਠਾ। ਹਾਂਜੀ। ਹੈ ਨਾ? ਫਿਰ ਹੁਣ ਮੈਂ ਕੀ ਕਰਾਂ? ਕੀ ਮੈਂ ਉਹ ਜਿਹੜੀ ਕੱਲ ਰੋਟੀ ਖਾਧੀ ਸੀ ਜਿਹਦੇ ਨਾਲ ਮੈਨੂੰ ਇਨਫੈਕਸ਼ਨ ਹੋਇਆ, ਫੂਡ ਇਨਫੈਕਸ਼ਨ, ਉਸ ਤੋਂ ਬਾਅਦ ਮੈਂ ਰੋਟੀ ਖਾਣੀ ਛੱਡ ਦਿਆਂ ਕਿ I should do some efforts to cleanse my stomach, my system, and then try to be carefully eating again. Trying to be requesting ਵਾਹਿਗੁਰੂ ਜੀ ਕਿ ਮੇਰੇ ਤੇ ਕਿਰਪਾ ਕਰੋ, that is what it is ਕਿ ਪਾਤਸ਼ਾਹ ਜੀ ਮੇਰੇ ਔਗਣ ਬਖਸ਼। ਔਗਣ ਉਹਨਾਂ ਨੇ ਬਖਸ਼ਣੇ ਨਹੀਂ ਗਏ, ਉਹਨਾਂ ਨੇ ਇਰੇਸ ਨਹੀਂ ਕਰਨੇ। ਉਹ ਜਿਹੜੀ ਗੱਲ ਹੈ ਨਾ ਪਿਛਲੇ ਔਗਣ ਬਖਸ਼ ਲੈ, ਉਹਨੂੰ ਮੈਨੂੰ ਬਲੈਸਿੰਗਸ ਦੇ ਕਿ ਮੈਂ ਉਹ ਨਾ ਕਰਾਂ ਤੇ ਆਗੇ ਮਾਰਗ ਪਾਵੇ। ਅੱਗੇ ਤੋਂ ਮੈਨੂੰ ਬਲੈਸ ਕਰਕੇ I shouldn't be repeating those. ਹੈ ਨਾ? But you have to pay the price for that. Yes, you have to. ਇਹ ਕਰ ਕਰੇ ਸੋ ਇਹ ਕਰ ਪਾਏ। But the cosmic law is so clear ਕਿ ਤੂੰ ਇਸ ਹੱਥ ਚ ਕਰ ਤੇ ਦੂਜੇ ਹੱਥ ਚ ਲੈ ਲੈ। लेकिन ਅਸੀਂ अगर इस लाइन ते गुरबानी ते इस पैथ ते चलिया सिमरन कीता, वो जरा प्रॉब्लम आना है, जरा सानू भोगना है भोगना, लेकिन it will become easier because of just yeah. मान लिया, okay, let us do a little close up of the deed. कल मैं को कर्म कीता सी माड़ा से मैं शराब पीती सी कल, ਅੱਜ मैं हैंगओवर है मैनू, ਹੁਣ ਮੇਰੀ ਪ੍ਰੋਬਲਮ ਆ ਗਈ। ਹੈਂਗਓਵਰ ਦੇ ਵਿੱਚ ਮੈਂ ਉੱਠਿਆ ਨਹੀਂ। ਵੈਸੇ ਮੈਂ ਉੱਠਦਾ ਸੀ ਐਵੇਂ, ਦੋਸਤਾਂ ਯਾਰਾਂ ਨੇ ਮੈਨੂੰ ਜ਼ਬਰਦਸਤੀ ਕਰ ਲਈ, ਮੈਂ ਉੱਠ ਗਿਆ। ਚਲੋ ਠੀਕ ਹੈ। ਹੁਣ ਮੈਂ ਅੱਜ ਉੱਠ ਕੇ ਹੈਂਗਓਵਰ ਦੇ ਵਿੱਚ ਕੁਝ ਨਹੀਂ ਕਰ ਪਾਇਆ। ਰਾਈਟ? ਮੈਂ ਭੋਗ ਲਿਆ। I got deprived. I'm missing something. Someone inside me, two ways. Someone inside me, ਤਾਂ ਕੀ ਹੋਇਆ? Other one is saying, no, it was wrong. Why did you do it? Right? ਹੁਣ ਕੱਲ ਜਾਂ ਅੱਜ ਸ਼ਾਮੀ ਜਦੋਂ ਮੈਂ ਫੇਰ having missed out one chance, ਅੱਜ ਸ਼ਾਮੀ ਫੇਰ ਜਦੋਂ ਮੈਂ ਸੁਸਾਇਟੀ ਜਾਣਾ ਤੇ ਮੇਰੇ ਕੋਲ duality ਹੋਏਗੀ, two options. One, to go for it and ruin my for the following morning, or I shouldn't do it. If I choose the second one, shouldn't do it, then I say, Baba ji mainu ਮਿਹਰ ਕਰਨਾ, ਮੈਂ ਇੱਥੋਂ ਬਚ ਕੇ ਨਿਕਲ ਜਾਵਾਂ, because ਇਹ ਸਾਰੇ ਮੇਰੇ ਦੁਸ਼ਮਣ ਨੇ, ਇਹ ਜਿਹੜੇ ਸੁਸਾਇਟੀ ਵਾਲੇ ਮੇਰੇ ਦੋਸਤ ਯਾਰ ਨੇ। ਰਾਈਟ? ਸੋ ਪਹਿਲਾ ਜਿਹੜਾ ਮੈਂ ਕੀਤਾ ਸੀ ਉਹ ਇਰੇਸ ਨਹੀਂ ਹੋਏਗਾ, ਮੈਂ ਭੋਗਾਂਗਾ ਹੀ ਭੋਗਾਂਗਾ, one way or the other, ਪਰ ਇਵੈਂਚੁਅਲੀ ਮੈਨੂੰ ਉਹ ਆਦਤ ਪਾ ਦੇਗਾ ਕਿ ਮੈਂ ਕਰਾਂਗਾ ਹੀ ਨਹੀਂ।
It varies from person to person, but ਉਹਦਾ ਜਿਹੜਾ modus operandi ਹੈ ਉਹ ਇਦਾਂ ਦਾ ਹੀ ਹੁੰਦਾ ਹੈ ਤਕਰੀਬਨ। Anyone else? ठीक है अमरजीत जी? ठीक है, थैंक यू जी। Okay. No. Okay, so let's get back to what Kara Singh ji said. We need again an input. That I was doing कि सारे जने पहले try करो ते फिर मैं करा। ते then I heard from you guys, quite a few people, कि नहीं भैया ठीक नहीं हैगा। So now I need again a consensus कि भाई what should we do? आई थिंक जिस तरह ਤੁਸੀਂ ਕਰ ਰਹੇ ਹੋ ਠੀਕ ਹੈ, ਫਿਰ ਬਾਅਦ ਵਿੱਚ ਕੁਐਸਚਨ ਤਾਂ ਕਰ ਦਿਓ, ਫਿਰ ਜਿਸਨੇ ਬੋਲਣਾ ਹੁੰਦਾ ਉਹ ਬੋਲ ਲੈਂਦਾ, ਆਪਣਾ ਓਪੀਨੀਅਨ ਦੇ ਦਿੰਦਾ। ਇਸ ਮਨ ਲੱਗਦਾ ਮੈਨੂੰ ਜ਼ਿਆਦਾ ਸਮਝ ਆਉਂਦੀ, ਨਹੀਂ ਤਾਂ ਹਾਜ ਪਾਜ ਹੋ ਜਾਂਦਾ, ਸਾਰੇ ਥੋੜਾ ਥੋੜਾ ਬੋਲਦੇ ਨੇ। Okay, please everyone. Yeah, I agree to Auntie ji. Exactly. She's so right. Like, yeah, I would like to do the same. Harpreet ji, yes. Okay, everyone, please. Who's next? Paramjeet, Amarjeet. I agree. ਤੁਸੀਂ ਬੋਲ ਕੇ ਫਿਰ ਅਸੀਂ ਆਪਣਾ ਇਨਪੁਟ ਦੇ ਸਕਦੇ ਹਾਂ। Harkeval ji. I mostly enjoy my sleep in the bench. Parminder ji. Yes ji, okay, Eki. good ji, I agree with everyone. Okay, everyone means Kara Singh? No, ਲੈ Kara Singh ਨੂੰ ਬਾਹਰ ਹੀ ਕੱਢਤਾ, ਇਹ ਕੋਈ ਗੱਲ ਹੈ ਯਾਰ। ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। सारंग महला पंजवां। ठाकुर तुम शरणाई आया, उतर गयो मेरे मन का संसार, जब ते दर्शन पाया। ठाकुर तुम शरणाई आया, उतर गयो मेरे मन का संसार, जब ते दर्शन पाया। राव अनबोलत मेरी बिरथा जानी, अपना नाम जपाया। दुख नाठे सुख सहज समाए, अनद अनद गुण गाया। अनबोलत मेरी बिरथा जानी, अपना नाम जपाया। दुख नाठे सुख सहज समाए, आनंद आनंद गुण गाया। बाँ पकड़ कद लीने अपने, ग्रह अंधकूप ते माया। कह नानक गुर बंधन काटै, बिछुत आन मिलाया। बाँ पकड़ कद लीने अपने, ग्रह अंधकूप ते माया। कह नानक गुर बंधन काटै, बिछुत आन मिलाया। वाहिगुरु 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 वाहिगुरु। वाहिगुरु जी का खालसा।